ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ 17ਵੀਂ ਅਸ਼ਟਪਦੀ ਦੀ ਕਥਾ ਕਰ ਰਹੇ ਹਾਂ। 7 ਬੰਦ ਹੋ ਚੁੱਕੇ ਨੇ, ਅਖੀਰਲੇ ਬੰਦ ਦੀ ਕਥਾ ਸ਼ੁਰੂ ਹੋਣੀ ਹੈ। उसकी पहली पंक्ति है, मन मेरे तिन की ओट ले। मन मेरे तिन की ओट ले, मन तन अपना तिन जन दे। हे मेरे मना तू उन्हां दी ओट लै। किन्हां दी? इस तो पहली जिहड़ी लाइन आई है, इस तो पहली लाइन है, 8 पहर प्रभ बसैं हजूरे, कौ नानक सही जन पूरे। ਜਿਹੜੇ 8 ਪਹਿਰ ਪਰਮਾਤਮਾ ਦੀ ਹਜ਼ੂਰੀ 'ਚ ਵਸਦੇ ਨੇ, ਗੁਰੂ ਮਹਾਰਾਜ ਕਹਿੰਦੇ ਉਹ ਪੂਰਨ ਜਨ ਹਨ, ਉਹ ਪੂਰੇ ਨੇ। ਇਸ ਲਈ ਹੇ ਮਨਾ ਉਹਨਾਂ ਪੂਰਨ ਜਿਨ੍ਹਾਂ ਦੀ ਤੂੰ ਓਟ ਲੈ, ਕਿਉਂਕਿ ਜਿਹੜੇ ਪੂਰਨ ਨੇ ਉਹਨਾਂ ਦੀ ਸੰਗਤ ਕਰਕੇ ਅਸੀਂ ਪੂਰੇ ਹੋ ਸਕਦੇ ਹਾਂ। ਅਧੂਰਿਆਂ ਦੀ ਸੰਗਤ ਕਰਕੇ ਅਸੀਂ ਪੂਰੇ ਨਹੀਂ ਹੋ ਸਕਦੇ। ਇੱਕ ਬੱਚਾ ਕਮਜ਼ੋਰ ਬੱਚਿਆਂ ਦੀ ਸੰਗਤ ਕਰਦਾ ਤਾਂ ਉਹ ਹੁਸ਼ਿਆਰ ਨਹੀਂ ਹੋ ਸਕਦਾ। ਜੇ ਉਹ ਹੁਸ਼ਿਆਰ ਹੋਣਾ ਚਾਹੁੰਦਾ ਤਾਂ ਉਹਨੂੰ ਹੁਸ਼ਿਆਰ ਬੱਚਿਆਂ ਦੀ ਸੰਗਤ ਕਰਨੀ ਪਏਗੀ। ਜਿਹੜਾ ਭਜਨ ਬੰਦਗੀ ਕਰਨਾ ਚਾਹੁੰਦਾ ਉਹਨੂੰ ਭਜਨ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰਨੀ ਪਏਗੀ। ਜਿਹੜਾ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਉਹਨੂੰ ਉਹਨਾਂ ਦੀ ਸੰਗਤ ਕਰਨੀ ਪਏਗੀ ਜਿਨ੍ਹਾਂ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਮਨ ਮੇਰੇ ਤਿਨ ਕੀ ਓਟ ਲੈ। ਹੇ ਮੇਰੇ ਮਨਾ ਉਹਨਾਂ ਵਿਅਕਤੀਆਂ ਦੀ, ਉਹਨਾਂ ਭਗਤਾਂ ਦੀ ਓਟ ਲੈ ਜਿਹੜੇ ਪੂਰਨ ਹਨ, ਜਿਹੜੇ ਹਰ ਵਕਤ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦੇ ਹਨ। ਉਹਨਾਂ ਦੀ ਓਟ ਲੈ, ਉਹਨਾਂ ਦਾ ਓਟ ਆਸਰਾ ਲੈ। ਮਨ ਤਨ ਆਪਣਾ ਤਿੰਨ ਜਨ ਦੇ। ਉਹਨਾਂ ਸੇਵਕਾਂ ਨੂੰ, ਉਹਨਾਂ ਭਗਤਾਂ ਨੂੰ ਆਪਣਾ ਮਨ ਅਤੇ ਤਨ ਅਰਪਣ ਕਰਦੇ ਹਨ। ਭਾਵ ਜਿਵੇਂ ਉਹ ਕਹਿਣ ਉਵੇਂ ਕਰਨਾ, ਇਹ ਹੈ ਅਰਪਣ ਕਰਨਾ। ਇਹਨੂੰ ਅਰਪਣ ਕਰਨਾ ਕਹਿੰਦੇ। ਇੱਕ ਵਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼੍ਰੀ ਚੰਦ ਜੀ ਨੂੰ ਕਹਿੰਦੇ ਵੀ ਕਾਕਾ ਦਿਨ ਚੜ੍ਹ ਗਿਆ, ਧਰਮਸ਼ਾਲਾ ਦੇ ਕੱਪੜੇ ਲੈ ਜਾਓ, ਰਾਵੀ ਦਰਿਆ 'ਤੇ ਧੋ ਕੇ ਲਿਆਓ। ਉਹ ਕਹਿੰਦੇ ਨਹੀਂ ਪਿਤਾ ਜੀ ਅੱਜ ਤਾਂ ਅੱਧੀ ਰਾਤ ਹੈ, ਇੱਥੇ ਅੱਧੀ ਰਾਤ ਹੈ, ਦਿਨ ਚੜ੍ਹੇਗਾ ਫਿਰ ਲੈ ਜਾਓ। ਲక్ష్ਮੀ ਦਾਸ ਤੂੰ ਜਾ, ਅੱਜ ਤੇ ਪਿਤਾ ਜੀ ਅੱਧੀ ਰਾਤ ਹੈ, ਦਿਨ ਚੜ੍ਹੇਗਾ, ਚਲੇ ਜਾਵਾਂਗੇ। ਲੈਣਾ ਜੀ ਤੁਸੀਂ ਜਾਓ 7 ਵਜੇ। ਕਿਉਂਕਿ ਉਹਨੇ ਇੰਨਾ ਵਿਸ਼ਵਾਸ ਸੀ ਕਿ ਗੁਰੂ ਨਾਨਕ ਦੇਵ ਕਹਿੰਦੇ ਨੇ ਦਿਨ ਚੜ੍ਹ ਪਿਆ, ਬਸ ਦਿਨ ਚੜ੍ਹ ਪਿਆ। ਵੀ ਦਿਨ ਦੀ ਕੀ ਤਾਕਤ ਹੈ ਨਾ ਚੜ੍ਹੇ। ਅਤੇ ਉਹੀ ਗੱਲ ਹੈ ਜਦੋਂ ਕੱਪੜੇ ਲੈ ਕੇ ਬਾਹਰ ਨਿਕਲੇ, ਬਾਹਰ ਸੂਰਜ ਨਿਕਲਿਆ ਹੋਇਆ ਧੁੱਪ, ਕੱਪੜੇ ਧੋ ਧਾ ਕੇ ਵਾਪਸ ਆ ਗਏ ਨੇ, ਉਂਝ ਅਜੇ ਵੀ ਰਾਤ ਹੈ। ਭਾਈ ਲੈਣਾ ਜੀ ਬੜੀ ਛੇਤੀ ਆ ਕੇ ਕਹਿੰਦੇ ਮਹਾਰਾਜ ਜੀ ਬੜੀ ਕੜਕਵੀਂ ਧੁੱਪ ਸੀ, ਨਾਲ ਹਵਾ ਚੱਲਦੀ ਸੀ, ਨਾਲ ਦੀ ਨਾਲ ਕੱਪੜੇ ਸੁੱਕੀ ਗਏ, ਮੈਂ ਸੁਕਾ ਕੇ ਵਾਪਸ ਆ ਗਿਆ ਹਾਂ। ਅਤੇ ਜਿਹੜੇ ਕਹਿੰਦੇ ਸਨ ਇੱਥੇ ਅੱਧੀ ਰਾਤ ਹੈ ਉਹ ਵੇਖ ਰਹੇ ਨੇ, ਕਿਉਂਕਿ ਉਹਨਾਂ ਨੇ ਮਨ ਗੁਰੂ ਨੂੰ ਨਹੀਂ ਦਿੱਤਾ। ਇਹ ਮਨ ਅਰਪਣ ਕਰਨਾ ਪੈਂਦਾ, ਤਨ ਤੇ ਆਪੇ ਹੀ ਅਰਪਣ ਹੋ ਜਾਂਦਾ ਜੇ ਮਨ ਬੰਦਾ ਅਰਪਣ ਕਰ ਦੇ। ਇਸ ਲਈ ਕਹਿੰਦੇ ਮਨ ਤਨ ਆਪਣਾ ਤਿੰਨ ਜਨ ਦੇ। ਆਪਣਾ ਮਨ ਅਤੇ ਤਨ ਉਹਨਾਂ ਨੂੰ ਅਰਪਣ ਕਰ ਦੇ। ਜੇ ਇੱਕ ਵਾਰੀ ਬਹੁਤ ਸੰਗਤ ਆ ਗਈ, ਬਰਸਾਤਾਂ ਹੋ ਰਹੀਆਂ ਸਨ, ਲੰਗਰ ਤਿਆਰ ਕਰਨ ਲਈ ਲੱਕੜਾਂ ਕੋਈ ਨਹੀਂ ਮਿਲ ਰਹੀਆਂ, ਸਾਰੀ ਗਿੱਲੀਆਂ ਹੋ ਗਈਆਂ। ਲਾਂਗਰੀ ਨੇ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਵੀ ਰਾਤ ਨੂੰ ਲੰਗਰ ਨਹੀਂ ਤਿਆਰ ਹੋਣਾ ਜੀ। ਉਹ ਕਹਿੰਦੇ ਕਿਉਂ ਬਈ? ਕਹਿੰਦੇ ਲੱਕੜਾਂ ਕਿਤੋਂ ਸੁੱਕੀਆਂ ਨਹੀਂ ਮਿਲਦੀਆਂ, ਸਭ ਗਿੱਲੀਆਂ ਹੋ ਗਈਆਂ।
ਜਿਹੜੀ ਸੰਗਤ ਸੀ ਉਹਨੂੰ ਕਹਿੰਦੇ ਆਓ ਵੀ ਚੱਲੀਏ ਬਾਹਰ ਨੂੰ। ਬਾਹਰ ਚਲੇ ਗਏ। ਭਾਈ ਲਹਿਣਾ ਜੀ ਨੇ ਕਹਿੰਦੇ ਇੱਕ ਖੇਸ ਵੀ ਨਾਲ ਲੈ ਕੇ ਚੱਲਣਾ। ਉਹ ਖੇਸ ਵੀ ਲੈ ਕੇ ਚਲੇ ਗਏ। ਇੱਕ ਦਰਖਤ ਦੇ ਕੋਲ ਜਾ ਕੇ ਖੜ ਗਏ। ਸ਼੍ਰੀ ਚੰਦ ਆ ਖੇਸ ਦਰਖਤ ਹੇਠਾਂ ਵਿਛਾ, ਦਰਖਤ ਦੇ ਉੱਤੇ ਚੜ੍ਹ ਜਾ, ਇਹਨੂੰ ਹਿਲਾਈ, ਮਠਿਆਈਆਂ ਡਿੱਗਣਗੀਆਂ। ਉਹ ਕਹਿੰਦਾ ਪਿਤਾ ਜੀ ਕਦੇ ਦਰਖਤਾਂ ਨੂੰ ਵੀ ਮਠਿਆਈਆਂ ਲੱਗੀਆਂ। ਮਨ ਆਪਣੇ ਕੋਲ ਰੱਖਿਆ ਨਾ, ਮਨ ਗੁਰੂ ਨੂੰ ਨਹੀਂ ਦਿੱਤਾ। ਲਖਮੀ ਦਾਸ ਤੂੰ ਚੜ੍ਹ ਜਾ। ਉਹ ਵੀ ਕਹਿੰਦਾ ਪਿਤਾ ਜੀ ਤੁਸੀਂ ਭੋਲੀਆਂ ਗੱਲਾਂ ਕਰਦੇ ਹੋ, ਕਦੇ ਦਰਖਤਾਂ ਨੂੰ ਮਠਿਆਈਆਂ ਲੱਗੀਆਂ। ਲੈਣਾ ਜੀ ਤੁਸੀਂ ਚਲੋ ਸਤ ਵਚਨ ਜੀ। ਖੇਸ ਵਿਛਾਇਆ, ਚੜ੍ਹ ਗਏ। ਦਰਖਤ ਹਿਲਾ ਰਹੇ ਨੇ, ਤੜਾ ਤੜ ਭਾਂਤ ਭਾਂਤ ਦੀ ਮਠਿਆਈਆਂ ਖੇਸ 'ਤੇ ਡਿੱਗ ਰਹੀਆਂ। ਜਦੋਂ ਵਾਹ ਪੰਡ ਬਾਜੀ ਹੋ ਗਈ, ਕਹਿੰਦੇ ਭਾਈ ਜਿੰਨਾ ਖਾਣੇ ਰੱਜ ਕੇ ਇੱਥੇ ਖਾ ਲਓ, ਬਾਕੀ ਆਪਾਂ ਫਿਰ ਜਾ ਕੇ ਧਰਮਸ਼ਾਲਾ 'ਚ ਵਰਤਾਵਾਂ ਜਿਹੜੇ ਯਾਤਰੀ ਆਏ ਹੋਏ ਹਨ। ਇਹ ਹੈ ਮਨ ਦੇਣਾ। ਭਾਈ ਲਹਿਣਾ ਜੀ ਨੇ ਗੁਰੂ ਮਹਾਰਾਜ ਨੂੰ ਮਨ ਅਰਪਣ ਕਰਤਾ ਹੈ। ਇਸ ਲਈ ਜਦ ਮਨ ਹੀ ਅਰਪਣ ਕਰਤਾ ਹੈ ਤਾਂ ਤਨ ਤੇ ਆਪਣੇ ਆਪ ਹੀ ਅਰਪਣ ਹੋ ਗਿਆ ਹੈ। ਇਸ ਲਈ ਕਹਿੰਦੇ ਮਨ ਤਨ ਆਪਣਾ ਤਿੰਨ ਜਨ ਦੇ। ਆਪਣਾ ਮਨ ਅਤੇ ਤਨ ਉਹਨਾਂ ਪਰਮਾਤਮਾ ਦੇ ਭਗਤਾਂ ਨੂੰ ਸੌਂਪ ਦੇ। ਕਿੰਨੇ ਜਿਹੜੇ ਪੂਰਨ ਹਨ। ਜਿਨ ਜਨ ਆਪਣਾ ਪ੍ਰਭੂ ਪਛਾਤਾ। ਜਿਸ ਸੇਵਕ ਨੇ ਆਪਣੇ ਪਰਮਾਤਮਾ ਨੂੰ ਪਹਿਚਾਨ ਲਿਆ, ਸੋ ਜਨ ਸਰਬ ਥੋਕ ਕਾ ਦਾਤਾ। ਥੋਕ ਹੁੰਦਾ ਪਦਾਰਥ, ਉਹ ਫਿਰ ਸਾਰੇ ਪਦਾਰਥਾਂ ਦਾ ਦਾਤਾ ਹੋ ਜਾਂਦਾ ਹੈ। ਲੋਕ ਉਸ ਤੋਂ ਦਾਤਾ ਮੰਗਣ ਆਉਂਦੇ ਨੇ, ਉਹ ਦਾਤਾ ਹੋ ਜਾਂਦਾ ਹੈ ਕਿਉਂਕਿ ਉਸਨੇ ਪਰਮਾਤਮਾ ਨੂੰ ਜਾਣ ਲਿਆ ਹੈ। ਸੋ ਜਿਸ ਜਨ ਨੇ ਪਰਮਾਤਮਾ ਨੂੰ ਪਹਿਚਾਨ ਲਿਆ, ਜਾਣ ਲਿਆ, ਸੋ ਜਨ ਸਰਬ ਥੋਕ ਕਾ ਦਾਤਾ। ਉਹ ਸਾਰੇ ਪਦਾਰਥਾਂ ਦਾ ਦਾਤਾ ਹੁੰਦਾ ਹੈ। ਉਹ ਸਾਰੇ ਪਦਾਰਥ, ਐਸਾ ਕੋਈ ਪਦਾਰਥ ਨਹੀਂ ਜਿਹੜਾ ਉਹ ਲੋਕਾਂ ਨੂੰ ਨਾ ਦੇ ਸਕੇ। ਤਿਸ ਕੀ ਸ਼ਰਨ ਸਰਬ ਸੁਖ ਪਾਵੇਂ। ਉਹ ਸੇਵਕ ਜਿਨ੍ਹਾਂ ਨੇ ਪਰਮਾਤਮਾ ਨੂੰ ਜਾਣ ਲਿਆ ਹੈ, ਪਹਿਚਾਨ ਲਿਆ ਹੈ, ਉਸ ਦੀ ਸ਼ਰਨ 'ਚ ਆ ਕੇ ਹੇ ਇਨਸਾਨ ਤੈਨੂੰ ਸਾਰੇ ਸੁੱਖ ਮਿਲਣਗੇ। ਤਿਸ ਕੀ ਸ਼ਰਨ ਸਰਬ ਸੁਖ ਪਾਵੇਂ। ਹੇ ਇਨਸਾਨ ਤੂੰ ਉਸ ਦੀ ਸ਼ਰਨ 'ਚ ਆ ਕੇ ਸਾਰੇ ਸੁਖ ਪਾਵੇਂਗਾ। ਤਿਸ ਕੈ ਦਰਸ ਸਭ ਪਾਪ ਮਿਟਾਵੇਂ। ਉਹਦੇ ਦਰਸ਼ਨ ਕਰਕੇ ਹੀ ਤੇਰੇ ਸਾਰੇ ਪਾਪ ਮਿਟ ਜਾਣਗੇ। ਦਰਸ਼ਨਾਂ 'ਚ ਇੰਨੀ ਤਾਕਤ ਹੈ ਵੀ ਉਹਦੇ ਦਰਸ਼ਨ ਕਰਕੇ ਤੇਰੇ ਪਾਪ ਮਿਟ ਜਾਣਗੇ। ਸੋ ਇਸ ਲਈ ਸਾਧੂਆਂ ਦੇ, ਗੁਰੂ ਦੇ ਦਰਸ਼ਨ ਜਿਹੜੇ ਨੇ ਉਹ ਫਲਦਾਇਕ ਹੁੰਦੇ ਨੇ। ਉਹਨਾਂ ਦੇ ਦਰਸ਼ਨ ਵਿਅਰਥ ਨਹੀਂ ਜਾਂਦੇ। ਤਿਸ ਕੈ ਦਰਸ ਸਭ ਪਾਪ ਮਿਟਾਵੇਂ। ਉਹ ਜਿਹੜਾ ਵਿਅਕਤੀ ਹੈ ਜਿਸ ਨੇ ਪਰਮਾਤਮਾ ਨੂੰ ਜਾਣ ਲਿਆ ਹੈ, ਉਹਦੇ ਦਰਸ਼ਨ ਕਰਕੇ ਸਾਰੇ ਪਾਪ ਮਿਟ ਜਾਂਦੇ ਹਨ। ਅਵਰ ਸਿਆਣਪ ਸਗਲੀ ਛੱਡ। ਹੇ ਇਨਸਾਨ ਤੂੰ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਦੇ। ਹੋਰ ਸਾਰੀਆਂ ਸਿਆਣਪਾਂ ਛੱਡ ਦੇ। ਤਿਸ ਜਨ ਕੀ ਤੂੰ ਸੇਵਾ ਲਾਗ। ਤੂੰ ਉਸ ਜਨ ਦੀ, ਉਸ ਭਗਤ ਦੀ ਜਿਸ ਨੇ ਪਰਮਾਤਮਾ ਨੂੰ ਜਾਣ ਲਿਆ ਹੈ, ਤੂੰ ਉਹਦੀ ਸੇਵਾ 'ਚ ਲੱਗ ਜਾ। ਭਾਵ ਉਹਦੀ ਸੇਵਾ ਕਰਿਆ ਕਰ, ਕਿਉਂਕਿ ਸੇਵਾ ਕਰਦਿਆਂ ਕਰਦਿਆਂ ਸਾਧੂ ਦੀ, ਗੁਰੂ ਦੀ ਜਿਹੜਾ ਰਹਿਮਤ ਹੋ ਜਾਂਦੀ ਹੈ, ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ। ਆਵਣ ਜਾਣ ਨਾ ਹੋਵੀ ਤੇਰਾ। ਕਹਿੰਦੇ ਫਿਰ ਜਦ ਤੂੰ ਸਾਧੂ ਦੀ ਸੇਵਾ ਕਰੇਂਗੇ ਨਾ, ਤੇਰਾ ਜੰਮਣ ਮਰਨ ਖਤਮ ਹੋ ਜਾਏਗਾ। ਆਵਣ ਆਉਣਾ, ਜਾਣ
ਜਾਣਾ ਭਾਵ ਜੰਮਣਾ ਮਰਨਾ, ਫਿਰ ਤੇਰਾ ਜਨਮ ਮਰਨ ਨਹੀਂ ਹੋਵੇਗਾ। ਨਾਨਕ ਤਿਸ ਜਾਣ ਕੇ ਪੂਜੋ ਸਾਧ ਪੈਰਾ। ਇਸ ਲਈ ਹੈ ਭਾਈ, ਇਹੋ ਜਿਹੇ ਭਗਤ ਦੇ ਸਦਾ ਹੀ ਪੈ ਚਰਨ ਪੂਜਣੇ ਚਾਹੀਦੇ ਹਨ। ਕਿਸ ਦੇ? ਜਿਸ ਨੇ ਪਰਮਾਤਮਾ ਨੂੰ ਜਾਣ ਲਿਆ ਹੈ। ਕਿਉਂਕਿ ਮਨੁੱਖ ਪੂਰਨ ਹੀ ਉਸ ਦਿਨ ਹੁੰਦਾ ਹੈ ਜਿੱਦੇ ਉਹ ਪਰਮਾਤਮਾ ਨੂੰ ਜਾਣ ਲੈਂਦਾ। ਉਹਨਾਂ ਚਿਰ ਤੇ ਅਧੂਰਾ ਹੈ। ਅਧੂਰੇ ਨੂੰ ਵਾਰੀ ਵਾਰੀ ਜਨਮ ਲੈਣਾ ਪੈਂਦਾ ਹੈ। ਜੇ ਆਪਾਂ ਇਸ ਜਨਮ 'ਚ ਭਜਨ ਬੰਦਗੀ ਕਰ ਰਹੇ ਹਾਂ ਪਰ ਪੂਰਨ ਨਹੀਂ ਹੋਏ, ਪਰਮਾਤਮਾ ਦੁਬਾਰਾ ਸਾਨੂੰ ਮਨੁੱਖਾ ਜੀਵਨ ਦੇਵੇਗਾ ਕਿ ਭਾਈ ਜਿਹੜੀ ਕਸਰ ਰਹਿ ਗਈ ਹੈ ਉਹ ਇਸ ਜਨਮ ਤੂੰ ਪੂਰੀ ਕਰ ਲੈ। ਉਸ ਜਨਮ ਦੇ ਵਿੱਚ ਭਜਨ ਬੰਦਗੀ ਕਰਦਾ ਰਹੇ ਪਰ ਅਜੇ ਪੂਰਨ ਨਹੀਂ ਹੋਇਆ, ਪਰਮਾਤਮਾ ਉਸ ਨੂੰ ਫਿਰ ਜਨਮ ਦਿੰਦਾ। ਇਸ ਤਰ੍ਹਾਂ ਵਾਰੀ ਵਾਰੀ ਕਈ ਵਾਰੀ ਮਨੁੱਖਾ ਜਨਮ ਮਿਲਦੇ ਰਹਿੰਦੇ ਨੇ। ਵਾਰੀ ਵਾਰੀ ਉਹਨਾਂ ਨੂੰ ਮਨੁੱਖਾ ਜੀਵਨ ਮਿਲਦਾ ਜਿਨ੍ਹਾਂ ਨੇ ਭਜਨ ਬੰਦਗੀ ਕੀਤੀ ਹੁੰਦੀ ਹੈ। ਜਿਹੜੇ ਭਜਨ ਬੰਦਗੀ ਨਹੀਂ ਕਰਦੇ, ਪਰਮਾਤਮਾ ਨੂੰ ਫਿਰ ਹੋਰ ਜੂਨਾਂ 'ਚ ਭੇਜ ਦਿੰਦਾ ਹੈ। ਇਸ ਲਈ ਜਿਹੜੇ ਭਜਨ ਬੰਦਗੀ ਕਰਦੇ ਰਹਿੰਦੇ ਨੇ ਉਹਨਾਂ ਨੂੰ ਵਾਰੀ ਵਾਰੀ ਮਨੁੱਖਾ ਜੀਵਨ ਮਿਲਦਾ ਰਹਿੰਦਾ ਕਿ ਉਹ ਪੂਰਨ ਹੋ ਜਾਣ। ਇਸ ਲਈ ਜਿਹੜੇ ਪੂਰਨ ਹਨ, ਕਹਿੰਦੇ ਉਹਨਾਂ ਦੇ ਪੈਰ ਭਾਵ ਉਹਨਾਂ ਦੇ ਚਰਨ ਸਦਾ ਹੀ ਪੂਜਣੇ ਚਾਹੀਦੇ ਹਨ। ਅੱਗੇ ਇੱਥੋਂ ਤੱਕ 17 ਅਸ਼ਟਪਦੀਆਂ ਪੂਰੀਆਂ ਹੋ ਗਈਆਂ। ਹੁਣ 18ਵੀਂ ਅਸ਼ਟਪਦੀ ਸ਼ੁਰੂ ਹੋਣੀ ਹੈ। ਹਰ ਇੱਕ ਅਸ਼ਟਪਦੀ ਦੇ ਪ੍ਰਾਰੰਭ 'ਚ ਸ਼ਲੋਕ ਹੁੰਦਾ ਹੈ। ਸ਼ਲੋਕ ਦੇ ਵਿੱਚ ਉਸ ਸਾਰੀ ਅਸ਼ਟਪਦੀ ਦਾ ਤੱਤ ਸਾਰ ਹੁੰਦਾ ਹੈ। ਸੋ 18ਵੀਂ ਅਸ਼ਟਪਦੀ ਦਾ ਸ਼ਲੋਕ ਹੈ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਸਤਿਪੁਰਖ ਪਰਮਾਤਮਾ ਨੂੰ ਕਹਿੰਦੇ ਨੇ, ਜੋ ਸਦਾ ਰਹਿਣ ਵਾਲਾ ਹੈ ਅਤੇ ਜੋ ਸਭ ਦੇ ਵਿੱਚ ਬਿਰਾਜਮਾਨ ਹੈ। ਸਤ ਜੋ ਸਦਾ ਰਹਿਣ ਵਾਲਾ ਹੈ, ਪੁਰਖ ਜੋ ਸਭ ਦੇ ਵਿੱਚ ਬਿਰਾਜਮਾਨ ਹੈ। ਸਤਿਪੁਰਖ ਤੇ ਉਹ ਹੈ ਪਰਮਾਤਮਾ। ਸਤਿਪੁਰਖ ਜਿਨ ਜਾਣਿਆ, ਜਿਨ ਨੰਨੇ ਨੂੰ ਸਿਹਾਰੀ ਲੱਗੀ ਹੈ, ਇਹ ਇੱਕ ਵਚਨ ਹੈ। ਜਿਸ ਨੇ, ਜੇ ਨੰਨੇ ਨੂੰ ਸਿਹਾਰੀ ਨਾ ਹੁੰਦੀ, ਜਿਨ ਤਾਂ ਹੁਣ ਜਿਨ੍ਹਾਂ ਨੇ, ਫਿਰ ਆਪਾਂ ਅਰਥ ਕਰਦੇ ਜਿਨ੍ਹਾਂ ਨੇ। ਇੱਕ ਵਚਨ ਹੈ ਜਿਨ, ਜਿਸ ਨੇ। ਸਤਿਪੁਰਖ ਜਿਨ ਜਾਣਿਆ, ਜਿਸ ਨੇ ਪਰਮਾਤਮਾ ਨੂੰ ਜਾਣ ਲਿਆ। ਸਤਿਗੁਰ ਤਿਸ ਕਾ ਨਾਮ, ਉਹਦਾ ਨਾਮ ਹੈ ਸਤਿਗੁਰੂ। ਸਤਿਗੁਰੂ ਕੌਣ ਬਣ ਸਕਦਾ? ਜਿਸ ਨੇ ਪਰਮਾਤਮਾ ਨੂੰ ਜਾਣ ਲਿਆ। ਇੱਕ ਤਾਂ ਬਾਣੀ ਪੜ੍ਹ ਕੇ ਰੱਬ ਨੂੰ ਜਾਣ ਲੈਣਾ, ਇਹ ਹੋਰ ਗੱਲ ਹੈ। ਇੱਕ ਹੈ ਪਰਮਾਤਮਾ ਨੂੰ ਮਿਲ ਕੇ ਉਸ ਨੂੰ ਜਾਣਨਾ, ਅਸਲ ਉਹ ਹੈ ਜਾਣਨਾ। ਬਾਣੀ ਤਾਂ ਸਾਡੀ ਅਗਵਾਈ ਕਰਦੀ ਹੈ ਕਿ ਤੁਸੀਂ ਜੇ ਪਰਮਾਤਮਾ ਨੂੰ ਮਿਲਣਾ ਹੈ, ਤੁਸੀਂ ਇਸ ਤਰੀਕੇ ਨਾਲ ਮਿਲ ਸਕਦੇ ਹੋ। ਇਹ ਅਗਵਾਈ ਕਰਦੀ ਹੈ। ਮਿਲਣਾ ਤੇ ਅਸੀਂ ਹਾਂ, ਇਸ ਨੇ ਅਗਵਾਈ ਕਰਨੀ। ਬਾਣੀ ਦੀ ਗਾਈਡੈਂਸ ਚੱਲ ਕੇ ਹੀ ਅਸੀਂ ਪ੍ਰਾਪਤੀ ਕਰ ਸਕਦੇ ਹਾਂ। ਇਸ ਲਈ ਕਹਿੰਦੇ ਹਾਂ, ਜਿਸ ਨੇ ਪਰਮਾਤਮਾ ਨੂੰ ਜਾਣ ਲਿਆ, ਉਹਦਾ ਨਾਮ ਹੈ ਸਤਿਗੁਰ। ਤਿਸ ਕੈ ਸੰਗ ਸਿੱਖ ਉਧਰੈ। ਤਿਸ ਭਾਵ ਗੁਰੂ ਦੇ। ਤਿਸ ਕੈ ਸੰਗ, ਗੁਰੂ ਦੀ ਸੰਗਤ ਕਰਕੇ ਸਿੱਖ ਉਧਰੈ। ਸਿੱਖ ਦਾ ਪਾਰ ਉਤਾਰਾ ਹੋ ਜਾਂਦਾ। ਉਧਰੈ ਹੁੰਦਾ ਪਾਰ ਉਤਰ ਜਾਣਾ, ਇਸ ਭਾਵ ਸਾਗਰ ਤੋਂ ਪਾਰ ਲੰਘ ਜਾਣਾ। ਤਿਸ ਕੈ, ਉਸ ਦੇ ਭਾਵ ਗੁਰੂ ਦੇ। ਗੁਰੂ ਮਹਾਰਾਜ ਦੀ ਸੰਗਤ ਕਰਕੇ ਸਿੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ। ਨਾਨਕ ਹਰ ਗੁਣ ਗਾਓ। ਇਸ ਲਈ ਭਾਈ ਪਰਮਾਤਮਾ ਦੇ ਗੁਣ ਗਾਓ। ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ। ਅਸ਼ਟਪਦੀ
ਇੱਥੇ ਗੁਰੂ ਦੇ ਗੁਣ ਗਾਉਣਾ ਇੱਕੋ ਹੀ ਗੱਲ ਹੈ, ਕਿਉਂਕਿ ਗੁਰੂ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਰਹਿੰਦਾ। ਜਿਹੜਾ ਬੰਦਾ ਪਰਮਾਤਮਾ ਨੂੰ ਜਾਣ ਲੈਂਦਾ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਨੇ? ਜਿਸ ਨੇ ਪਰਮਾਤਮਾ ਨੂੰ ਜਾਣ ਲਿਆ ਹੈ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਹੈ। ਅਤੇ ਬ੍ਰਹਮ ਦਾ ਗਿਆਨ ਪੜ੍ਹ ਕੇ ਨਹੀਂ, ਪਰਮਾਤਮਾ ਨੂੰ ਮਿਲ ਕੇ। ਸੋ ਜਿਹੜਾ ਬ੍ਰਹਮ ਗਿਆਨੀ ਉਹ ਇਹਦਾ ਮਤਲਬ ਪਰਮਾਤਮਾ ਨੂੰ ਮਿਲ ਪਿਆ, ਉਹਨੂੰ ਪਰਮਾਤਮਾ ਦਾ ਗਿਆਨ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ ਪੜ੍ਹਦੇ ਨਾ, ਬ੍ਰਹਮ ਗਿਆਨੀ ਅਤੇ ਆਪ ਹੀ ਪਰਮੇਸ਼ਰ ਹੁੰਦਾ। ਆਪ ਬ੍ਰਹਮ ਗਿਆਨੀ ਅਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੁੰਦਾ। ਗੁਰੂ ਮਹਾਰਾਜ ਨੇ ਪਰਮਾਤਮਾ ਨੂੰ ਜਾਣ ਲਿਆ ਹੈ, ਇਸ ਲਈ ਗੁਰੂ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਹੁੰਦਾ। ਤਾਂ ਹੀ ਬਾਣੀ ਕਹਿੰਦੇ ਗੁਰ ਪਰਮੇਸ਼ਰ ਏਕੋ ਜਨ। ਗੁਰੂ ਨੂੰ ਅਤੇ ਪਰਮਾਤਮਾ ਨੂੰ ਇੱਕ ਹੀ ਸਮਝੋ। ਇਸ ਲਈ ਉਸ ਗੁਰੂ ਦੀ ਸੰਗਤ ਕਰਕੇ ਸਿੱਖ ਦਾ ਪਾਰ ਉਤਾਰਾ ਹੁੰਦਾ ਹੈ। ਅਤੇ ਫਿਰ ਉਹ ਹੁੰਦਾ ਕਿਵੇਂ ਹੈ? ਹਰ ਗੁਣ ਗਾ, ਹਰੀ ਦੇ ਗੁਣ ਗਾ ਕੇ ਹੁੰਦਾ ਹੈ। ਕਿਉਂਕਿ ਨਿਰੀ ਸੰਗਤ ਕਰਨ ਨਾਲ ਨਹੀਂ ਗੱਲ ਬਣਿਆ ਕਰਦੀ। ਜੋ ਹੁੰਦਾ ਹੈ, ਜਿਹੜਾ ਵੀ ਗੁਰੂ ਦੀ ਸੇਵਾ ਕਰਦਾ, ਗੁਰੂ ਮਹਾਰਾਜ ਉਸ 'ਤੇ ਦਇਆ ਕਰਦੇ ਨੇ, ਉਸ 'ਤੇ ਦਇਆ ਕਰਦੇ। ਤੀਸਰੇ ਪਾਤਸ਼ਾਹ ਦਾ ਸਮਾਂ ਹੈ। ਗੋਇੰਦਵਾਲ ਦੇ ਨਜ਼ਦੀਕ ਇੱਕ ਤਲਵੰਡੀ ਪਿੰਡ ਹੈ। ਉੱਥੇ ਇੱਕ ਸਿੱਖ ਰਹਿੰਦਾ ਹੈ, ਉਹ ਲੰਗੜਾ ਹੈ, ਪਰ ਗੁਰੂ ਮਹਾਰਾਜ ਨਾਲ ਦਾ ਬੜਾ ਪਿਆਰ ਹੈ। ਉਹ ਰੋਜ਼ ਘਰੋਂ ਦਹੀਂ ਲੈ ਕੇ ਗੁਰੂ ਮਹਾਰਾਜ ਲਈ ਜਾਂਦਾ ਹੈ। ਮੀਂਹ ਜਾਓ ਹਨੇਰੀ ਜਾਓ, ਉਹਨੇ ਦਹੀਂ ਲੈ ਕੇ ਜਾਣਾ। ਗੁਰੂ ਮਹਾਰਾਜ ਫਿਰ ਉਸ ਦਹੀਂ ਨਾਲ ਰੋਟੀ ਖਾਇਆ ਕਰਦੇ। ਇੱਕ ਦਿਨ ਉਹ ਦਹੀਂ ਲੈ ਕੇ ਜਾ ਰਿਹਾ, ਰਾਹ 'ਚ ਚੌਧਰੀ ਮਿਲ ਗਿਆ, ਪਿੰਡ ਦਾ ਚੌਧਰੀ। ਉਹ ਨਾਸਤਕ ਸੀ। ਉਹਨੂੰ ਕਹਿੰਦਾ, ਉਹ ਲੰਗੜਿਆ, ਮੈਂ ਤੈਨੂੰ ਰੋਜ਼ ਵੇਖਦਾ ਦਹੀਂ ਲੈ ਕੇ ਜਾਂਦਾ ਹੋਇਆ, ਤੂੰ ਕਿੱਥੇ ਲੈ ਕੇ ਜਾਂਦਾ? ਮੈਂ ਜੀ ਗੁਰੂ ਅਮਰਦਾਸ ਜੀ ਮਹਾਰਾਜ ਲਈ ਲੈ ਕੇ ਜਾਂਦਾ। ਕਹੇ ਤੈਨੂੰ ਕਿੰਨੀ ਦੇਰ ਹੋ ਗਈ ਦਹੀਂ ਲਿਜਾਂਦਿਆਂ ਹੈ? ਉਹਨਾਂ ਨੇ ਕਿਹਾ ਜੀ ਮੇਰੀ ਲੱਤ ਠੀਕ ਕਰ ਦਿਓ। ਉਹ ਕੁਛ ਨਹੀਂ ਬੋਲਿਆ, ਚਲਾ ਗਿਆ। ਜਾ ਕੇ ਹੁਣ ਗੁਰੂ ਮਹਾਰਾਜ ਤੇ ਜਾਣੀ ਜਾਣ ਸਨ ਵੀ ਕੀ ਗੱਲ ਹੋਈ ਰਾਹ 'ਚ। ਕਹਿੰਦੇ ਭਾਈ ਕੀ ਗੱਲ, ਤੂੰ ਅੱਜ ਉਦਾਸ ਲੱਗਦਾ? ਉਹ ਕਹਿੰਦਾ ਜੀ ਆਹ ਗੱਲ ਹੋ ਗਈ। ਕਹਿੰਦਾ ਵੀ ਜਿਸ ਗੁਰੂ ਲਈ ਤੂੰ ਇੰਨੇ ਸਮੇਂ ਤੋਂ ਦਹੀਂ ਲੈ ਕੇ ਜਾਂਦਾ, ਉਹਨੂੰ ਕਹਿ ਮੇਰੀ ਲੱਤ ਠੀਕ ਕਰ ਦਿਓ। ਕਹਿੰਦੇ ਅੱਛਾ। ਬਾਹਰ ਨਾ ਬਾਬਾ ਬੁੱਢਾ ਜੀ ਵਾਣ ਵੱਟ ਰਹੇ ਨੇ, ਵਾਣ ਕੁੱਟ ਰਹੇ ਨੇ। ਉਹਨਾਂ ਨੇ ਕਹਿੰਦੇ ਮੇਰੀ ਲੱਤ ਠੀਕ ਕਰ ਦਿਓ। ਅੱਗੋਂ ਵੀ ਬ੍ਰਹਮ ਗਿਆਨੀ ਸਨ ਬਾਬਾ ਬੁੱਢਾ ਜੀ। ਉਹ ਜਾ ਕੇ ਕਹਿੰਦਾ ਬਾਬਾ ਜੀ ਮੇਰੀ ਲੱਤ ਠੀਕ ਕਰ ਦਿਓ। ਉਹ ਜਿਸ ਸੋਟੀ ਨਾਲ ਵਾਣ ਵੱਟ ਰਹੇ ਸੀ ਨਾ, ਉਹਨਾਂ ਉਹੀ ਸੋਟੀ ਉਹਦੀ ਲੱਤ 'ਤੇ ਮਾਰੀ। ਕਹਿੰਦੇ ਕੰਮ ਤਾਂ ਆਪ ਕਰਨਾ, ਨਾਮ ਸਾਡਾ। ਉਹ ਜਦੋਂ ਸੋਟੀ ਵੱਜੀ, ਉਹਦੀ ਲੱਤ ਸਿੱਧੀ ਹੋ ਗਈ। ਉਹ ਤਾਂ ਭੱਜੇ ਹੀ ਜਾਂਦਾ ਪਿੰਡ ਨੂੰ। ਅੱਗੋਂ ਕੁਦਰਤੀ ਫਿਰ ਚੌਧਰੀ ਟੱਕਰ ਗਿਆ। ਉਹ ਬੜਾ ਹੈਰਾਨ ਹੋਇਆ ਵੀ ਇਹ ਤਾਂ ਲੰਗੜਾ ਸੀ, ਇਹ ਤਾਂ ਬਿਲਕੁਲ ਠੀਕ ਕਰ ਤੇ ਭੱਜਿਆ ਆ ਰਿਹਾ। ਉਹ ਕਹਿੰਦਾ ਰੁਕ ਜਾ ਬਈ। ਕਹਿ ਤੇਰੀ ਲੱਤ ਠੀਕ ਹੋ ਗਈ? ਹਾਂ। ਕਹਿੰਦੇ ਗੁਰੂ ਮਹਾਰਾਜ ਮੇਰੀ ਲੱਤ ਠੀਕ ਕਰਦੀ। ਕਹਿੰਦਾ ਮੈਨੂੰ ਵੀ ਲੈ ਕੇ ਚੱਲ ਆਪਣੇ ਗੁਰੂ ਕੋਲ। ਉਹ ਫਿਰ ਚਲੇ ਗਏ ਜੀ। ਉਹਨੇ ਚੌਧਰੀ ਨੇ ਤੀਸਰੇ ਪਾਤਸ਼ਾਹ ਨੂੰ ਗੁਰੂ ਧਾਰਨ ਕਰ ਲਿਆ। ਹੁਣ ਚੌਧਰੀ ਜਿਹੜਾ ਹੈ ਤੀਸਰੇ ਪਾਤਸ਼ਾਹ ਦਾ ਚੇਲਾ ਹੋ ਗਿਆ, ਸੇਵਕ ਹੋ ਗਿਆ। ਸਾਰਾ ਪਿੰਡ ਹੀ ਹੋ ਗਿਆ, ਸਾਰਾ ਪਿੰਡ ਹੀ ਤੀਸਰੇ ਪਾਤਸ਼ਾਹ ਦਾ ਸੇਵਕ ਹੋ ਗਿਆ, ਸਿੱਖ ਹੋ ਗਿਆ। ਇਸ ਲਈ ਗੁਰੂ ਆਪਣੇ ਸੇਵਕ 'ਤੇ ਸਦਾ ਹੀ ਦਇਆ ਕਰਦਾ ਹੈ। ਉਹਨਾਂ ਨੂੰ ਦਇਆ ਆ ਗਈ ਕਿ ਵਾਕਈ ਇਹ ਇੰਨੀ ਸੇਵਾ ਕਰਦਾ ਅਤੇ ਲੰਗੜਾ ਹੈ, ਚਲੋ ਇਹਨੂੰ ਠੀਕ ਹੀ ਕਰਦੀ। ਸਿੱਖ ਕੀ ਗੁਰ ਦੁਰਮਤ ਮਲ ਹਿਰੈ।
ਜਿਹੜੇ ਸਿੱਖ ਦੇ ਵਿੱਚ ਦੁਰਮਤ, ਦੁਰ ਭੈੜੇ ਨੂੰ ਕਹਿੰਦੇ ਨੇ, ਦੁਰਮਤ ਸਿੱਖ ਦੇ ਵਿੱਚ ਜਿਹੜੀ ਦੁਰਮਤ ਭੈੜੀ ਮਤ ਕਾਰਨ ਮੈਲ ਲੱਗ ਗਈ ਨਾ ਮਨ ਨੂੰ, ਹਿਰਿਆ ਹੁੰਦਾ ਦੂਰ ਕਰ ਦੇਣ। ਗੁਰੂ ਸਿੱਖ ਦੀ ਭੈੜੀ ਮਤ ਕਾਰਨ ਜਿਹੜੀ ਮਨ ਨੂੰ ਮੈਲ ਲੱਗੀ ਹੈ, ਉਸ ਨੂੰ ਗੁਰੂ ਮਹਾਰਾਜ ਦੂਰ ਕਰ ਦਿੰਦੇ ਹਨ। ਭਾਵ ਸਿੱਖ ਦੇ ਮਨ ਤੋਂ ਮੈਲ ਜਿਹੜੀ ਉਹ ਲਾਹੁੰਦੇ ਨੇ। ਹੁਣ ਮਨ ਹੋ ਗਿਆ ਸਾਫ਼। ਜਿੰਨਾ ਮਨ ਸਾਫ਼ ਹੋਏਗਾ ਓਨਾ ਹੀ ਭਜਨ ਬੰਦਗੀ 'ਚ ਆਨੰਦ ਆਵੇਗਾ। ਕਿਉਂ? ਮਨ ਟਿਕ ਜਾਏਗਾ। ਸਾਡਾ ਮਨ ਮੈਲਾ ਹੈ, ਭਾਵੇਂ ਕਿੰਨੀ ਦੇਰ ਹੋਗੀ ਭਜਨ ਬੰਦਗੀ ਕਰਦਿਆਂ ਨੂੰ। ਜਦੋਂ ਤੁਸੀਂ ਭਜਨ ਬੰਦਗੀ ਕਰਨ ਲੱਗਦੇ ਹੋ, ਮਨ ਭੈੜੇ ਭੈੜੇ ਖਿਆਲ ਤੁਹਾਡੇ ਅੰਦਰ ਲਿਆਉਣੇ ਸ਼ੁਰੂ ਕਰ ਦਿੰਦਾ। ਕਈ ਕਹਿੰਦੇ ਬਾਬਾ ਜੀ ਜਦੋਂ ਅਸੀਂ ਪਾਠ ਨਹੀਂ ਕਰਦੇ, ਅਸੀਂ ਸਿਮਰਨ ਨਹੀਂ ਕਰਦੇ, ਸਾਨੂੰ ਇੰਨੇ ਮਾੜੇ ਖਿਆਲ ਨਹੀਂ ਹੁੰਦੇ, ਪੁਰਾਣੇ ਖਿਆਲ ਨਹੀਂ ਹੁੰਦੇ। ਜਦੋਂ ਅਸੀਂ ਭਜਨ ਬੰਦਗੀ ਕਰਦੇ ਹਾਂ, ਇਹ ਮਾੜੇ ਮਾੜੇ ਖਿਆਲ ਆਉਣੇ ਸ਼ੁਰੂ ਹੋਏ ਨੇ। ਮੈਂ ਭਾਈ ਐਂ ਸਮਝੋ, ਅੰਦਰ ਹੈਗੀ ਰੂੜੀ, ਇੱਕ ਤਾਂ ਗੋਹੇ ਦੀ ਰੂੜੀ ਤਾਂ ਬਾਹਰ ਹੁੰਦੀ ਡੰਗਰਾਂ ਦੀ, ਅੰਦਰ ਵੀ ਰੂੜੀ ਹੈ। ਮਾੜੇ ਕਰਮਾਂ ਕਾਰਨ ਉਹ ਗੰਦ ਮੰਦ ਅੰਦਰ ਇਕੱਠਾ ਹੋ ਗਿਆ। ਹੁਣ ਜਦੋਂ ਤੁਸੀਂ ਭਜਨ ਬੰਦਗੀ ਨਹੀਂ ਕਰਦੇ, ਰੂੜੀ ਉਸੇ ਤਰ੍ਹਾਂ ਪਏ। ਤੁਸੀਂ ਰੂੜੀ ਕੋਲੋਂ ਲੰਘੋ, ਘੱਟ ਬਦਬੂ ਆਵੇਗੀ, ਪਰ ਜੇ ਤੁਸੀਂ ਰੂੜੀ ਨੂੰ ਫਰੋਲ ਦਿਓਗੇ ਨਾ, ਉਹ ਸੜੇ ਹਣ ਮਾਰੇਗੀ। ਜਿਨ੍ਹਾਂ ਨੇ ਕਦੇ ਰੂੜੀ ਗੱਡੇ 'ਤੇ ਲੱਦ ਕੇ ਖੇਤਾਂ 'ਚ ਪਾਈ ਹੈ ਨਾ, ਉਹਨਾਂ ਨੂੰ ਸਿੱਧਾ ਤਜਰਬਾ ਦਾ ਕਿ ਵਾਕਿਆ ਹੈ ਜਦੋਂ ਰੂੜੀ ਨੂੰ ਫਰੋਲਦੇ ਹਾਂ, ਉਹ 'ਚ ਬੜੀ ਹੀ ਬਦਬੂ ਆਉਂਦੀ ਹੈ। ਮੈਂ ਸਾਡੇ ਅੰਦਰ ਉਹ ਕੂੜ ਕਬਾੜ ਦੀ ਰੂੜੀ ਹੈ। ਜਦੋਂ ਤੁਸੀਂ ਭਜਨ ਬੰਦਗੀ ਕਰਦੇ ਹੋ ਤਾਂ ਹੁਣ ਰੂੜੀ ਨੂੰ ਕੱਢਣਾ ਬਾਹਰ। ਭਜਨ ਬੰਦਗੀ ਰੂੜੀ ਨੂੰ ਬਾਹਰ ਕੱਢਦੀ ਹੈ, ਅਤੇ ਜਦੋਂ ਤੁਸੀਂ ਰੂੜੀ ਨੂੰ ਹਿਲਾਓਗੇ ਨਾ, ਫਿਰ ਬਦਬੂ ਆਵੇਗੀ। ਇਸ ਲਈ ਅੰਦਰ ਭੈੜੇ ਭੈੜੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਮਨੁੱਖ ਭਜਨ ਬੰਦਗੀ ਕਰਦਾ। ਅਤੇ ਬੰਦਾ ਬੜਾ ਹੈਰਾਨ ਹੁੰਦਾ ਕਿ ਉਂਝ ਮੈਨੂੰ ਨਹੀਂ ਇੰਨੇ ਭੈੜੇ ਖਿਆਲ ਆਉਂਦੇ ਜਿੰਨੇ ਭਜਨ ਬੰਦਗੀ ਕਰਨ ਵੇਲੇ ਆਉਂਦੇ ਨੇ। ਉਹ ਜਿਉਂ ਜਿਉਂ ਰੂੜੀ ਅੰਦਰੋਂ ਸਾਫ਼ ਹੋ ਜਾਏਗੀ, ਇਹ ਭੈੜੇ ਖਿਆਲ ਵੀ ਆਉਣਾ ਆਪਣੇ ਆਪ ਹੀ ਬੰਦ ਹੋ ਜਾਣਗੇ। ਅਤੇ ਜਦੋਂ ਮਨ ਸ਼ੁੱਧ ਅਤੇ ਪਵਿੱਤਰ ਹੋ ਜਾਏਗਾ, ਫਿਰ ਕੋਈ ਭੈੜਾ ਖਿਆਲ ਨਹੀਂ ਆਏਗਾ ਅਤੇ ਮਨ ਟਿਕ ਜਾਏਗਾ। ਫਿਰ ਅਸਲ 'ਚ ਤੁਹਾਨੂੰ ਜਿਹੜਾ ਹੈ ਪਾਠ ਕਰਨ ਦਾ, ਸਿਮਰਨ ਕਰਨ ਦਾ ਫਿਰ ਆਨੰਦ ਆਵੇਗਾ। ਇਸ ਲਈ ਜਿਹੜਾ ਹੈ ਗੁਰੂ ਮਹਾਰਾਜ ਜਿਹੜੇ ਨੇ, ਇਹ ਸਿੱਖ ਦੇ ਅੰਦਰ ਜਿਹੜੀ ਮਾੜੀ ਮਤ ਕਾਰਨ ਮਨ ਨੂੰ ਮੈਲ ਲੱਗੀ ਸੀ ਨਾ, ਉਹ ਦੂਰ ਕਰ ਦਿੰਦੇ। ਫਿਰ ਜਦ ਮੈਲ ਦੂਰ ਹੋ ਗਈ, ਫਿਰ ਕੀ ਹੁੰਦਾ? ਗੁਰ ਬਚਨੀ ਹਰ ਨਾਮ ਉਚਰੈ। ਫਿਰ ਮਨੁੱਖ ਗੁਰੂ ਦੇ ਬਚਨ ਮੰਨ ਕੇ ਹਰੀ ਦਾ ਨਾਮ ਉਚਾਰਦਾ ਹੈ, ਪਰਮਾਤਮਾ ਦਾ ਨਾਮ ਜਪਦਾ। ਜਿਵੇਂ ਗੁਰੂ ਨੇ ਬਚਨ ਕਰਤਾ, ਭਾਈ ਸਵੇਰੇ 3 ਵਜੇ ਉੱਠਿਆ ਕਰੋ, 7 ਵਜਣਗੇ। ਨਹਾਓ ਧੋ, ਨਹਾ ਧੋ ਲੈ। ਹੁਣ ਸਿਮਰਨ ਕਰੋ, ਉਹ ਸਿਮਰਨ ਕਰਦਾ, ਕਿਉਂਕਿ ਗੁਰੂ ਦੇ ਬਚਨਾਂ 'ਤੇ ਫਿਰ ਪਹਿਰਾ ਦਿੰਦਾ। ਮਨ ਸਾਫ਼ ਹੋ ਗਿਆ। ਜਿੰਨਾ ਮਨ ਸਾਫ਼ ਹੈਗਾ, ਓਨਾ ਹੀ ਅਸੀਂ ਗੁਰਬਾਣੀ ਦੀ ਗੱਲ ਨੂੰ ਜ਼ਿਆਦਾ ਮੰਨਾਂਗੇ। ਜੇ ਮਨ ਬਹੁਤ ਜ਼ਿਆਦਾ ਮੈਲ ਹੈ ਨਾ, ਇਹ ਬਾਣੀ ਪੜ੍ਹਨ ਨੂੰ ਜੀਓ ਹੀ ਨਹੀਂ ਕਰਦਾ, ਮੰਨਣਾ ਤਾਂ ਕਿਤੇ ਰਿਹਾ। ਇਹ ਉਹ ਕਹੇ ਕੀ ਪਿਆ ਬਾਣੀ 'ਚ, ਆਪਣਾ ਖਾਓ ਪੀਓ ਮੌਜ ਕਰੋ। ਉਹ ਆਉਂਦਾ ਹੀ ਨਹੀਂ ਇਸ ਪਾਸੇ ਨੂੰ, ਕਿਉਂਕਿ ਮਨ ਮੈਲਾ ਹੈ, ਉਹ ਇੱਧਰ ਨੂੰ ਆਉਣ ਹੀ ਨਹੀਂ ਦਿੰਦਾ। ਅਤੇ ਜਦੋਂ ਮਨ ਸ਼ੁੱਧ ਹੁੰਦਾ ਹੈ, ਫਿਰ ਐਂ ਜੀ ਕਹਿੰਦਾ ਬਾਣੀ ਪੜ੍ਹੀ ਹੋਈ ਜਾਈਏ, ਨਾਮ ਜਪੀ ਹੀ ਜਾਈਏ, ਇਸ ਪਾਸੇ ਲੱਗੇ ਹੀ ਰਹੀਏ। ਸੋ ਫਿਰ ਬੰਦਾ ਗੁਰੂ ਦੇ ਬਚਨਾਂ ਨੂੰ ਮੰਨ ਕੇ ਨਾਮ ਜਪਦਾ, ਹਰ ਨਾਮ ਉਚਰੈ, ਉਚਾਰਨ ਕਰਦਾ ਹੈ, ਭਾਵ ਜਪਦਾ। ਸਤਿਗੁਰ ਸਿੱਖ ਕੇ ਬੰਧਨ ਘਾਟੈ। ਹੁਣ ਦੇਖੋ, ਕਾਮ ਦੇ ਬੰਧਨ ਨੇ, ਕ੍ਰੋਧ ਦੇ ਨੇ, ਲੋਭ ਦੇ ਨੇ, ਮੋਹ ਦੇ ਨੇ, ਹੰਕਾਰ ਦੇ ਨੇ, ਮਾਇਆ ਦੇ ਨੇ, ਬੜੇ ਬੰਧਨ, ਇੱਕ ਅੱਧਾ ਨਹੀਂ, ਬੜੇ ਬੰਧਨ। ਐਂ ਦੱਖਣੀ ਭਾਰਤ ਦੇ 2 ਜਗੀਰਦਾਰ
ਜਦੋਂ ਆਪਾਂ ਹਜ਼ੂਰ ਸਾਹਿਬ ਨੂੰ ਜਾਂਦੇ ਹਾਂ, ਰਾਹ 'ਚ ਇੱਕ ਸ਼ਹਿਰ ਆਉਂਦਾ ਜਿੱਥੇ ਪਹਿਲਾਂ ਗੱਡੀ ਉੱਥੋਂ ਬਦਲਣੀ ਪੈਂਦੀ ਸੀ, ਉੱਥੋਂ ਚੌੜੀ ਲਾਈਨ ਸ਼ੁਰੂ ਹੋ ਜਾਂਦੀ ਸੀ, ਹੁਣ ਤਾਂ ਚੌੜੀ ਹੋ ਗਈ ਹੈ। ਉੱਥੇ ਕਿਲ੍ਹੇ ਦੇ ਵਿੱਚ ਉਹ ਦੋ ਜਾਗੀਰਦਾਰਾਂ ਜਿਹੜੇ ਉਸ ਸਮੇਂ ਆਪਣੇ ਆਪ ਨੂੰ ਰਾਜੇ ਕਹਿਲਾਉਂਦੇ ਸਨ, ਔਰੰਗਜ਼ੇਬ ਨੇ ਉਹਨਾਂ ਨੂੰ ਉੱਥੇ ਕੈਦ ਕੀਤਾ ਹੋਇਆ। ਜਿਹੜਾ ਦਰੋਗਾ ਸੀ ਸੁਪਰਡੈਂਟ ਜੇਲ੍ਹ ਦਾ, ਉਹ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦਾ ਸੀ। ਜਦੋਂ ਉਹਨੇ ਇੱਥੇ ਪਹੁੰਚਣਾ, ਸਤਿਗੁਰ ਸਿੱਖ ਕੇ ਬੰਧਨ ਘਟ, ਉਹ ਪੁੱਛਦੇ ਦੋਨੋਂ ਨੂੰ ਵੀ ਇਹ ਸੱਚ ਹੈ? ਕਹਿੰਦੇ ਹਾਂ ਭਾਈ, ਬਾਣੀ 'ਚ ਜੋ ਲਿਖਿਆ ਸੱਚ ਹੈ। ਕਹਿੰਦੇ ਗੁਰੂ ਕਦੇ ਸਾਡੇ ਵੀ ਬੰਧਨ ਕੱਟੇਗਾ? ਕਹਿੰਦੇ ਭਾਈ ਇਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਹ ਨੰਦੇੜ ਸਾਹਿਬ ਨੇ, ਤੁਸੀਂ ਉਹਨਾਂ ਨੂੰ ਬੇਨਤੀ ਰੋਜ਼ ਮਨ 'ਚ ਕਰਦੇ ਰਿਹਾ ਕਰੋ ਵੀ ਸੱਚੇ ਪਾਤਸ਼ਾਹ ਸਾਨੂੰ ਤਾਂ ਬੇੜੀਆਂ ਪਾ ਰੱਖੀਆਂ ਨੇ, ਪਤਾ ਨਹੀਂ ਅਸੀਂ ਕਿਲ੍ਹੇ 'ਚੋਂ ਕਦੇ ਬਾਹਰ ਨਿਕਲ ਸਕਾਂਗੇ ਕਿ ਨਹੀਂ ਨਿਕਲ ਸਕਾਂਗੇ, ਤੁਸੀਂ ਕਿਰਪਾ ਕਰਕੇ ਸਾਡੇ ਬੰਧਨ ਕੱਟੋ, ਕਿਉਂਕਿ ਸੁਖਮਨੀ 'ਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਗੁਰੂ ਸਿੱਖ ਦੇ ਬੰਧਨ ਕੱਟਦਾ ਹੈ। ਰੋਜ਼ ਅਰਦਾਸਾਂ ਕਰਦੇ ਰਹੇ। ਜਦੋਂ ਦਸਮ ਪਾਤਸ਼ਾਹ ਨੇ ਸਰੀਰ ਤਿਆਗਿਆ, ਘੋੜਾ ਤੇ ਬਾਜ ਉਹਨਾਂ ਦੇ ਕੋਲ ਹੀ ਸੀ, ਉਹਨਾਂ ਨੇ ਉਹ ਕਿਲ੍ਹੇ ਦੇ ਵਿੱਚ ਜਾ ਕੇ ਆਪਣਾ ਘੋੜਾ ਉਤਾਰਿਆ। ਕਿਸੇ ਨੂੰ ਨਹੀਂ ਗੁਰੂ ਮਹਾਰਾਜ ਨਾ ਘੋੜਾ ਦਿਸ ਰਿਹਾ, ਨਾ ਗੁਰੂ ਮਹਾਰਾਜ ਕਿਸੇ ਨੇ, ਸਿਰਫ ਉਹਨਾਂ ਦੋਨਾਂ ਨੂੰ ਗੁਰੂ ਮਹਾਰਾਜ ਦਿਸੇ। ਗੁਰੂ ਮਹਾਰਾਜ ਉਹਨਾਂ ਦੀ ਬੇੜੀਆਂ ਪੈਰ ਜਿਹੜੀਆਂ ਪਾਈਆਂ ਸੀ ਉਲਾਤੀਆਂ। ਕਹਿੰਦੇ ਵੀ ਤੁਸੀਂ ਰੋਜ਼ ਬੇਨਤੀ ਕਰਦੇ ਸੀ ਨਾ ਵੀ ਗੁਰੂ ਜਿਹੜਾ ਬੰਧਨ ਕੱਢ ਦਿੰਦਾ, ਅਸੀਂ ਭਾਈ ਤੁਹਾਡੀਆਂ ਬੇੜੀਆਂ ਖੋਲ੍ਹਤੀਆਂ ਨੇ। ਕਹਿੰਦੇ ਜੀ ਅਸਲ ਤੇ ਗੱਲ ਤਾਂ ਬਣੇ, ਤੁਸੀਂ ਸਾਨੂੰ ਕਿਲ੍ਹੇ 'ਚੋਂ ਬਾਹਰ ਕੱਢੋ। ਉਹ ਜਿਹੜਾ ਸੀ ਦਰੋਗਾ, ਉਹਨੂੰ ਵੀ ਗੁਰੂ ਮਹਾਰਾਜ ਦਰਸ਼ਨ ਦਿੱਤੇ। ਦਰੋਗਾ ਕਹਿੰਦਾ ਮਹਾਰਾਜ ਜੀ, ਜੇ ਤੁਸੀਂ ਇਹਨਾਂ ਨੂੰ ਕਿਲ੍ਹੇ 'ਚੋਂ ਬਾਹਰ ਲੈ ਗਏ, ਮੇਰੀ ਗਿਣਤੀ ਘਟ ਜਾਣੀ ਅਤੇ ਮੇਰੀ ਤਾਂ ਪੁੱਛੋ ਨਹੀਂ ਵੀ ਦੋ ਕੈਦੀ ਕਿੱਥੇ ਗਏ। ਭਈ ਮੇਰੇ ਤਾਂ ਬਹੁਤ ਔਖਾ ਜੇ ਗੱਲ ਹੈ, ਮੈਨੂੰ ਨੌਕਰੀ ਤੋਂ ਕੱਢ ਦੇਣਾ, ਸਜ਼ਾ ਵੀ ਰਾਜਾ ਦੇ ਸਕਦਾ, ਵੀ ਦੋ ਕੈਦੀ ਕਿੱਥੇ ਚਲੇ ਗਏ ਨੇ। ਕਹਿੰਦੇ ਗੁਰੂ ਮਹਾਰਾਜ ਕਹਿੰਦੇ ਅੱਛਾ ਐਂ ਕਰਾਂਗੇ, ਨਾ ਮੈਂ ਦਿਸਾਂਗਾ ਜਿਹੜੇ ਜਿੰਨੇ ਕੈਦੀ ਨੇ, ਨਾ ਮੇਰਾ ਘੋੜਾ ਦਿਸੇਗਾ, ਸਿਰਫ ਇਹ ਦੋ ਬੰਦੇ ਉੜਦੇ ਹੋਏ ਵਿਖਾਈ ਦੇਣਗੇ। ਉਹਨਾਂ ਨੇ ਕਹਿੰਦੇ ਵੀ ਸਾਡੇ ਘੋੜੇ ਦੀ ਨਾ ਇੱਕ ਲੱਤ ਫੜ ਲਓ, ਅਸੀਂ ਘੋੜਾ ਉਡਾਵਾਂਗੇ, ਤੁਸੀਂ ਵੀ ਨਾਲ ਹੀ ਉੱਡ ਜਾਓਗੇ, ਅਸੀਂ ਤੁਹਾਨੂੰ ਇੱਕ ਕਿਲ੍ਹੇ ਤੋਂ ਬਾਹਰ ਛੱਡ ਦਿਆਂਗੇ, ਆਪਣੇ ਫਿਰ ਆਪ ਜੜ ਚਲੇ ਜਾਓ। ਅਤੇ ਦਰੋਗੇ ਨੂੰ ਕਹਿੰਦੇ ਵੀ ਜਦੋਂ ਅਸੀਂ ਉੱਡਾਂਗੇ ਨਾ, ਅਸੀਂ ਤੇਰੇ ਤੋਂ ਬਿਨਾਂ ਕਿਸੇ ਨੂੰ ਨਹੀਂ ਦਿਸਾਂਗੇ, ਅਤੇ ਤੂੰ ਰੌਲਾ ਪਾ ਦੀ ਆਹ ਦੋ ਕੈਦੀ ਉੱਡ ਗਏ। ਉਹ ਜਿਹੜੇ ਵੇਖਣਗੇ ਉਹ ਗਵਾਹ ਬਣ ਜਾਣਗੇ, ਹਾਂ ਜੀ ਅਸੀਂ ਤਾਂ ਉੜਦੇ ਵੇਖੇ ਨੇ। ਵੀ ਜੇ ਮੈਂ ਦੱਸਿਆ ਤਾਂ ਫਿਰ ਕਹਿਣਗੇ ਗੁਰੂ ਗੋਬਿੰਦ ਸਿੰਘ ਉਡਾ ਕੇ ਲੈ ਕੇ, ਨਾ ਮੈਂ ਦਿਸਾਂਗਾ ਨਾ ਘੋੜਾ ਦਿਸੇਗਾ, ਇਹ ਦੋਨੋਂ ਆਕਾਸ਼ ਨੂੰ ਉੱਡਦੇ ਵਿਖਾਏ, ਤੂੰ ਰੌਲਾ ਪਾ ਦੀ। ਉਹ ਦੋ ਕੈਦੀ ਉੱਡ ਗਏ ਲੋ, ਬਾਕੀ ਕੈਦੀ ਵੇਖਣਗੇ, ਕਹਿਣਗੇ ਕਮਾਲ ਉੱਡ ਗਏ, ਤੇਰਾ ਛੁਟਕਾਰਾ ਹੋ ਜਾਏਗਾ। ਫਿਰ ਤੈਨੂੰ ਕੋਈ ਨਹੀਂ ਵੀ ਮੈਂ ਕੀ ਕਰਾਂ, ਉੱਡ ਗਏ ਜੀ, ਆਹ ਗਵਾਹ ਨੇ, ਪੁੱਛ ਲਓ ਇਹਨਾਂ ਨੂੰ। ਗੁਰੂ ਮਹਾਰਾਜ ਉਹਨਾਂ ਨੂੰ ਬਾਹਰ ਲੈਂਦਾ, ਕਹਿੰਦੇ ਲਓ ਭਾਈ ਹੋ ਗਈ ਨੇ ਤੁਹਾਡੀ ਇੱਛਾ ਪੂਰੀ। ਬਣ ਲਿਖਿਆ ਸਤਿਗੁਰ ਸਿੱਖ ਕੇ ਬੰਧਨ ਕੱਟ, ਅਸੀਂ ਤੁਹਾਡੇ ਬੰਧਨ ਕੱਟਦੇ ਨੇ, ਹੁਣ ਤੁਸੀਂ ਆਪਣਾ ਚਲੇ ਜਾਓ। ਅਤੇ ਫਿਰ ਆਪਣੇ ਉਹ ਪਿੰਡ ਨੂੰ ਚਲੇ ਗਏ। ਸੋ ਇਸ ਲਈ ਐਵੇਂ ਨਹੀਂ ਲਿਖਿਆ ਹੋਇਆ ਬਾਣੀ 'ਚ, ਕਿਤੇ ਕਹਿ ਵੀ ਐਵੇਂ ਕੋਈ ਇਮੈਜੀਨੇਸ਼ਨ ਜੇ ਨਹੀਂ, ਇਹ ਸਭ ਕੁਝ ਸੱਚ ਹੈ। ਸਤਿਗੁਰ ਸਿੱਖ ਕੇ ਬੰਧਨ ਘਟ, ਗੁਰੂ ਮਹਾਰਾਜ ਆਪਣੇ ਸਿੱਖ ਦੇ ਬੰਧਨ ਕੱਟ ਦਿੰਦੇ। ਫਿਰ ਕੀ ਹੈ, ਜੇ ਬੰਧਨ ਕੱਟਦੇ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਫਿਰ ਗੁਰੂ ਦਾ ਸਿੱਖ ਬੁਰਾਈ ਤੋਂ ਹਟ ਜਾਂਦਾ, ਫਿਰ ਕਿਸੇ ਪ੍ਰਕਾਰ ਦੀ ਕੋਈ ਬੁਰਾ ਕੰਮ ਨਹੀਂ ਕਰਦਾ, ਬੁਰਾਈਆਂ ਨੂੰ ਛੱਡ ਦਿੰਦਾ। ਹਟੈ ਮੈਨੇ ਹਟ ਜਾਣਾ, ਵਿਕਾਰ ਹੁੰਦਾ ਬੁਰਾਈ, ਬੁਰਾਈਆਂ ਛੱਡ ਦਿੰਦਾ। ਫਿਰ ਸਤਿਗੁਰ ਸਿੱਖ ਔਰ ਨਾਮ ਧਨ ਦੇ,
ਗੁਰੂ ਮਹਾਰਾਜ ਸਿੱਖ ਨੂੰ ਨਾਮ ਧਨ ਦੀ ਦਾਤ ਦਿੰਦੇ, ਨਾਮ ਦੀ ਦਾਤ ਦਿੰਦੇ ਨੇ। ਜੇ ਤਾਂ ਅਸੀਂ ਕੋਈ ਇੱਛਾ ਰੱਖ ਕੇ ਨਾਮ ਜਪਦੇ ਹਾਂ ਤਾਂ ਉਹ ਇੱਛਾ ਪੂਰੀ ਹੋ ਜਾਏਗੀ, ਨਾਮ ਸਾਡੇ ਖਜ਼ਾਨੇ 'ਚ ਜਮ੍ਹਾਂ ਨਹੀਂ ਹੋਵੇਗਾ। ਅਗਰ ਅਸੀਂ ਕੋਈ ਇੱਛਾ ਨਹੀਂ ਰੱਖਦੇ, ਜਿਹੜੀ ਬਾਣੀ ਤੁਸੀਂ ਬਿਨਾਂ ਇੱਛਾ ਰੱਖੇ ਪੜ੍ਹਦੇ ਹੋ, ਜਿਹੜਾ ਸਿਮਰਨ ਤੁਸੀਂ ਬਿਨਾਂ ਇੱਛਾ ਰੱਖੇ ਕਰਦੇ ਹੋ, ਉਹਨੂੰ ਕਹਿੰਦੇ ਨੇ ਨਾਮ ਧਨ। ਉਹ ਤੁਹਾਡੇ ਖਜ਼ਾਨੇ 'ਚ ਜਮ੍ਹਾਂ ਹੋ ਹੀ ਜਾਵੇਗਾ। ਇੱਕ ਕਹਿੰਦੇ ਨੇ ਸਾਕਾਮ ਭਗਤੀ, ਇੱਕ ਹੁੰਦੀ ਨਿਸ਼ਕਾਮ ਭਗਤੀ। ਸਾਕਾਮ ਹੁੰਦਾ ਇੱਛਾ ਰੱਖ ਕੇ ਭਜਨ ਬੰਦਗੀ ਕਰਨੀ, ਵੀ ਮੇਰੇ ਘਰ ਪੁੱਤਰ ਹੋ ਜਾਏ ਜੀ, ਮੈਂ ਇੰਨੀ ਵਾਰ ਸੁਖਮਨੀ ਸਾਹਿਬ ਦੇ ਪਾਠ ਕਰਾਂਗਾ। ਸੁਖਮਨੀ ਸਾਹਿਬ ਦੇ ਪਾਠ ਕੀਤੇ, ਦੇਖਣ ਨੂੰ ਭਜਨ ਬੰਦਗੀ ਕੀਤੀ ਹੈ, ਪਰ ਉੱਤੇ ਸਾਕਾਮ ਸੀ। ਉਹ ਪੁੱਤਰ ਹੋ ਗਿਆ ਹੈ, ਉਹ ਸਾਰਾ ਪਾਠ ਉਸ ਪੁੱਤਰ 'ਤੇ ਲੱਗ ਗਿਆ, ਉਹਦੇ ਪੱਲੇ ਕੁਛ ਨਹੀਂ ਰਿਹਾ। ਜਿਹੜੇ ਨਿਸ਼ਕਾਮ ਭਗਤੀ ਦੇ ਵੀ ਕੋਈ ਇੱਛਾ ਨਹੀਂ ਰੱਖਣੀ। ਤੁਸੀਂ ਨਿਤਨੇਮ ਕੀਤਾ, ਇੰਨੇ ਕਹਿੰਦੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਆਪ ਜੀ ਦੀ ਅਪਾਰ ਕਿਰਪਾ ਦੁਆਰਾ ਨਿਤਨੇਮ ਹੋਇਆ, ਇਹਨੂੰ ਆਪਣੇ ਦਰ ਪ੍ਰਵਾਨ ਕਰੋ। ਉਹਦੇ ਬਦਲੇ ਤੁਸੀਂ ਕੁਛ ਨਹੀਂ ਮੰਗਿਆ। ਉਹ ਤੁਹਾਡੇ ਜਿੱਥੇ ਧਰਮਰਾਜ ਦਾ ਰਜਿਸਟਰ ਨਾ, ਉਹ ਤੁਹਾਡੇ ਨਾਮ ਦੇ ਸਾਹਮਣੇ ਲਿਖਿਆ ਗਿਆ ਕਿਸ ਨੇ ਨਿਤਨੇਮ ਕੀਤਾ। ਤੁਸੀਂ ਨਿਤਨੇਮ ਕੀਤਾ, ਉਹਦੇ ਬਦਲੇ ਕੁਛ ਮੰਗ ਲਿਆ ਹੈ, ਉਹ 'ਤੇ ਕੁਛ ਨਹੀਂ ਲਿਖਿਆ ਜਾਏਗਾ। ਉਹ ਤਾਂ ਕਹੇ ਤੂੰ ਉਹਦੇ ਬਦਲੇ ਲੈ ਲਿਆ। ਇਸ ਲਈ ਕਈ ਵਾਰੀ ਆਪਾਂ ਨੂੰ ਐਂ ਲੱਗਦਾ ਸਾਰੀ ਉਮਰ ਭਜਨ ਬੰਦਗੀ ਕਰਦੇ ਹਾਂ, ਪਤਾ ਨਹੀਂ ਸਾਡੇ ਕੋਲ ਕਿੰਨਾ ਕੁ ਨਾਮ ਧਨ ਹੋਣਾ। ਉੱਥੇ ਗਿਆ ਪਤਾ ਇਹਦੇ ਕੋਈ ਨਾਮ ਤਾਂ ਨਹੀਂ, ਕੋਈ ਨਹੀਂ। ਉਹ ਜੀ ਮੈਂ ਤਾਂ ਬੜੇ ਸਾਲ ਪਾਠ ਕੀਤਾ। ਕਹਿੰਦੇ ਤੂੰ ਸਾਕਾਮ ਭਗਤੀ ਕੀਤੀ, ਉਹਦੇ ਬਦਲੇ ਮੰਗਿਆ, ਜੋ ਤੂੰ ਮੰਗਿਆ ਮਿਲ ਗਿਆ, ਬਸ ਗੱਲ ਖਤਮ। ਤੇਰੀ ਭਜਨ ਤਾਂ ਉੱਥੇ ਲੱਗ ਗਈ। ਇਸ ਲਈ ਜਿਨ੍ਹਾਂ ਨੇ ਸੰਤ ਮਹਾਤਮਾ ਬਣਨਾ ਹੁੰਦਾ, ਭਗਤ ਬਣਨਾ ਹੁੰਦਾ, ਬ੍ਰਹਮ ਗਿਆਨੀ ਬਣਨਾ ਹੁੰਦਾ, ਉਹ ਜਿੰਨੀ ਵੀ ਭਜਨ ਬੰਦਗੀ ਕਰਦੇ ਨੇ ਉਹਦੇ ਬਦਲੇ 'ਚ ਕੁਛ ਨਹੀਂ ਮੰਗਦੇ। ਸਿਰਫ ਇੰਨੇ ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੁਆਰਾ 1 ਘੰਟਾ ਸਿਮਰਨ ਹੋਇਆ, ਇਹ ਆਪਣੇ ਦਰ ਪ੍ਰਵਾਨ ਕਰੋ। ਉਹ ਹੈ ਨਾਮ ਧਨ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ। ਗੁਰੂ ਮਹਾਰਾਜ ਆਪਣੇ ਸਿੱਖ ਨੂੰ ਨਾਮ ਧਨ ਦਿੰਦੇ ਹਨ। ਹੁਣ ਜਿਹਦੇ ਕੋਲ ਨਾਮ ਧਨ ਹੋਏਗਾ ਉਹ ਕੀ ਹੋਏਗਾ? ਗੁਰ ਕਾ ਸਿੱਖ ਵਡ ਭਾਗੀ ਹੈ। ਫਿਰ ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਕੋਲ ਨਾਮ ਧਨ। ਇਸ ਨਾਮ ਨੇ ਸਾਡੀ ਕਿਸਮਤ ਬਦਲ ਕੇ ਰੱਖ ਦੇਣੀ। ਬਾਣੀ ਅਤੇ ਨਾਮ ਵਿੱਚ ਇਤਨੀ ਤਾਕਤ ਹੈ ਕਿ ਤੁਹਾਨੂੰ ਬਦ ਕਿਸਮਤਾਂ ਨੂੰ ਵੀ ਵਡਭਾਗੇ ਬਣਾ ਦੇਣਾ। ਬੰਦਾ ਬਦ ਕਿਸਮਤ ਹੈ, ਉਹਨੇ ਵੱਡੇ ਭਾਗਾਂ ਵਾਲੇ ਬਣਨਾ। ਤਾਂ ਗੁਰਬਾਣੀ ਬਾਣੀ ਪੜ੍ਹੋ, ਨਾਮ ਜਪੋ। ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਤੁਸੀਂ ਵੱਡੇ ਭਾਗਾਂ ਵਾਲੇ ਹੋ ਜਾਓਗੇ। ਇਸ ਲਈ ਸਤਿਗੁਰ ਸਿੱਖ ਕੋ ਨਾਮ ਧਨ ਦੇ। ਗੁਰੂ ਮਹਾਰਾਜ ਆਪਣੇ ਸਿੱਖ ਨੂੰ ਨਾਮ ਦੀ ਦਾਤ ਦਿੰਦੇ, ਨਾਮ ਧਨ ਦਿੰਦੇ। ਗੁਰ ਕਾ ਸਿੱਖ ਵਡ ਭਾਗੀ ਹੈ। ਫਿਰ ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ। ਇਹ ਨਾਮ ਨਹੀਂ ਸਾਨੂੰ, ਜਿਨ੍ਹਾਂ ਦੇ ਪਹਿਲਾਂ ਹੀ ਵੱਡੇ ਭਾਗ ਨੇ ਨਾ, ਇਹਨਾਂ ਪਿਛਲੇ ਜਨਮਾਂ 'ਚ ਭਜਨ ਬੰਦਗੀ ਕੀਤੀ ਹੁੰਦੀ ਹੈ। ਆਮ ਕਹਾਵਤ ਹੈ ਤਪੋਂ ਰਾਜ ਰਾਜੋਂ ਨਰਕ। ਪਿਛਲੇ ਜਨਮ ਤਪੱਸਿਆ ਕੀਤੀ, ਉਹਦੇ ਬਦਲੇ ਰਾਜ ਮਿਲ ਗਿਆ। ਹੁਣ ਰਾਜ ਮਿਲ ਗਿਆ ਅਤੇ ਲੋਕਾਂ 'ਤੇ ਜ਼ੁਲਮ ਹੋ ਰਿਹਾ, ਲੋਕਾਂ ਨਾਲ ਬੇਇਨਸਾਫੀ ਹੋ ਰਹੀ ਹੈ, ਲੋਕ ਦੁਖੀ ਨੇ। ਫਿਰ ਇਹੋ ਜਿਹੇ ਰਾਜੇ ਅਗਲੇ ਜਨਮ ਨਰਕਾਂ ਨੂੰ ਜਾਂਦੇ ਨੇ। ਤਪ ਕੀਤਾ, ਰਾਜ ਮਿਲ ਗਿਆ। ਰਾਜ ਹਉਮੈ ਜਾ ਕੇ ਕੀਤਾ, ਪ੍ਰਜਾ ਨੂੰ ਦੁਖੀ ਕੀਤਾ, ਉਹਨਾਂ ਨੂੰ ਪੁਲਿਸ ਤੋਂ ਕੁਟਵਾਇਆ, ਬੜਾ ਕੁਛ ਕੀਤਾ। ਇਹੋ ਜਿਹੇ ਫਿਰ ਰਾਜੇ ਅੱਗੇ ਗੁਰਬਾਣੀ ਨਰਕਾਂ ਨੂੰ ਜਾਂਦੇ ਨੇ। ਰਾਜ ਭਾਗ ਮਿਲਿਆ, ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ। ਸੱਚੇ ਪਾਤਸ਼ਾਹ ਦੇਖੋ, ਸਾਰਾ ਦੇਸ਼, ਸਾਰੀ ਸਟੇਟ, ਮੈਂ ਜਿੱਧਰੋਂ ਲੰਘਦਾ ਜੈ ਜੈਕਾਰ ਕਰਦੇ ਨੇ। ਜੈ ਕਰਦੇ, ਤੂੰ ਮੈਨੂੰ ਰਾਜ ਦਿੱਤਾ, ਹੁਣ ਕਿਰਪਾ ਰੱਖੀ, ਮੈਂ ਲੋਕਾਂ ਦੇ ਭਲੇ ਲਈ ਰਾਜ ਕਰਾਂ। ਤੇ ਭਾਈ ਹੁਣ ਲੋਕਾਂ ਨੇ ਲੁੱਟਣ ਲੱਗ ਜੇ ਹੈ ਵੀ ਪਤਾ ਨਹੀਂ ਮੁੜ ਕੇ ਰਾਜ ਆਉਣਾ ਕਿ ਨਹੀਂ, ਲੁੱਟ ਲਓ ਜਿੰਨਾ ਲੁੱਟ ਹੁੰਦਾ। ਅਤੇ ਇਹਦਾ ਮਤਲਬ ਫਿਰ ਨਰਕ ਤਿਆਰ ਨੇ, ਤਿਆਰ ਰਹਿਣਾ।
ਇਸ ਲਈ ਜਿਸ ਸਿੱਖ ਨੂੰ ਗੁਰੂ ਮਹਾਰਾਜ ਨਾਮ ਦੀ ਦਾਤ ਦੇ ਦੇਣ, ਉਹ ਤੇ ਸਿੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਖਿਆਲ ਰੱਖਣਾ, ਇਹ ਹਲਤ ਤੇ ਪਲਤ ਦੋਨੋਂ ਹਿੰਦੀ ਦੇ ਸ਼ਬਦ ਨੇ। ਹਿੰਦੀ ਵਿੱਚ ਹਾ ਅੱਧਾ ਲੱਲਾ ਤੱਤਾ ਹਲਤ, ਪੱਪਾ ਅੱਧਾ ਲੱਲਾ ਤੱਤਾ ਪਲਤ। ਇਹਨੂੰ ਹਲਤ ਪਲਤ ਨਹੀਂ ਪੜ੍ਹਨਾ। ਜੇ ਪੰਜਾਬੀ ਦੇ ਹੁੰਦੇ ਫਿਰ ਪੜ੍ਹਦੇ ਹਲਤ ਪਲਤ। ਇਹ ਹਿੰਦੀ ਦੇ ਸ਼ਬਦ ਨੇ, ਹਲਤ ਪਲਤ ਐ ਪੜ੍ਹਨਾ। ਹਲਤ ਮੈਨੇ ਲੋਕ, ਪਲਤ ਮੈਨੇ ਪਰਲੋਕ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਗੁਰੂ ਮਹਾਰਾਜ ਸਿੱਖ ਦਾ ਲੋਕ ਪਰਲੋਕ ਸਵਾਰ ਦਿੰਦੇ। ਲੋਕ ਵੀ ਸਵਾਰਤ ਹੈ, ਨਾਮ ਜਪਾ ਕੇ ਪਰਲੋਕ ਵੀ ਸਵਾਰਤ ਹੈ। ਇੱਥੇ ਨਾਮ ਜਪਵਾਇਆ, ਉਹਨੂੰ ਵੱਡੇ ਭਾਗਾਂ ਵਾਲਾ ਬਣਾਤਾ। ਉਹਨੇ ਨਾਮ ਜਪਿਆ, ਅੱਗੇ ਪਰਲੋਕ ਵੀ ਮੌਜ ਕਰੇਗਾ ਜਾ ਕੇ। ਅੱਗੇ ਪਰਲੋਕ ਜਿਹੜਾ ਅਗਲਾ ਜਨਮ ਮਿਲਣਾ ਸਾਨੂੰ, ਉਹ ਵੀ ਫਿਰ ਵਧੀਆ ਮਿਲੇਗਾ। ਇਸ ਲਈ ਗੁਰੂ ਮਹਾਰਾਜ ਸਿੱਖ ਦਾ ਲੋਕ ਪਰਲੋਕ ਸਵਾਰ ਦਿੰਦੇ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਇਹਨੂੰ ਸਮਾਰੈ ਮੰਮੇ ਦੇ ਪੈਰ 'ਚ ਅੱਧਾ ਹਾਹਾ ਲਾ ਕੇ ਪੜ੍ਹਨਾ। ਸਮਾਰੈ ਹੁੰਦਾ ਸੰਭਾਲ ਕਰਨਾ, ਯਾਦ ਕਰਨਾ। ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਇਹ ਸਤਿਗੁਰ ਤੇ ਰੁਕਣਾ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਗੁਰੂ ਮਹਾਰਾਜ ਕਹਿੰਦੇ ਜਿਹੜਾ ਗੁਰੂ ਹੁੰਦਾ ਨਾ, ਉਹ ਸਿੱਖ ਨੂੰ ਦਿਲੋਂ ਯਾਦ ਕਰਦਾ। ਉਹ ਸਿੱਖ ਨੂੰ ਦਿਲੋਂ ਯਾਦ ਕਰਦਾ ਹੈ, ਉਹਦੀ ਸੰਭਾਲ ਕਰਦਾ ਹੈ। ਮੇਰਾ ਸਿੱਖ ਹੈ, ਹਰ ਪ੍ਰਕਾਰ ਦੀ ਉਹਦੀ ਸੰਭਾਲ ਕਰਦਾ ਹੈ, ਉਹਨੂੰ ਯਾਦ ਰੱਖਦਾ ਹੈ। ਅੱਗੇ ਕਹਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹੈ। ਇਹਨੂੰ ਗ੍ਰਹਿ ਨਹੀਂ ਪੜ੍ਹਨਾ। ਗੱਗੇ ਨੂੰ ਸਿਹਾਰੀ ਲੱਗੀ ਹੈ, ਗੱਗੇ ਦੇ ਪੈਰ 'ਚ ਰਾਰਾ ਹੈ। ਇਹ ਗਿਆਨ ਹੋਣਾ ਚਾਹੀਦਾ ਹੈ ਕਿ ਗੱਗੇ ਨੂੰ ਜਿਹੜੀ ਸਿਹਾਰੀ ਲੱਗੀ ਹੈ, ਇਹ ਹੇਠਾਂ ਜਿਹੜਾ ਰਾਰਾ ਲੱਗਾ ਉਹਦੇ ਨਾਲ ਬੋਲੇਗੀ, ਇਹ ਗੱਗੇ ਨਾਲ ਨਹੀਂ ਬੋਲੇਗੀ। ਗੱਗੇ ਦੇ ਪੈਰ 'ਚ ਰਾਰਾ ਉਹਦੇ ਨਾਲ ਬੋਲੇਗੀ। ਕਿਵੇਂ ਬੋਲੇ? ਗੱਗਾ ਰਾਰੇ ਨੂੰ ਸਿਹਾਰੀ ਹਾ। ਅੱਜ ਦੀ ਪੰਜਾਬੀ ਲਿਖੋ, ਗੱਗਾ ਰਾਰੇ ਨੂੰ ਸਿਹਾਰੀ ਹਾ। ਫਿਰ ਬੋਲੋਗੇ ਗ੍ਰਹਿ। ਫਿਰ ਕੀ ਬੋਲੋਗੇ? ਗ੍ਰਹਿ। ਗ੍ਰਹਿ ਹੁੰਦਾ ਹੈ ਘਰ। ਸਿਹਾਰੀ ਇਸ ਲਈ ਘਰ ਵਿੱਚ। ਆਹੇ ਨੂੰ ਸਿਹਾਰੀ ਇਸ ਲਈ ਲੱਗੀ ਹੈ, ਉਹਦਾ ਅਰਥ ਹੈ ਘਰ ਵਿੱਚ। ਗੁਰ ਕੈ ਗ੍ਰਹਿ ਸੇਵਕ ਜੋ ਰਹਿ। ਜਿਹੜਾ ਸੇਵਕ ਗੁਰੂ ਦੇ ਘਰ ਰਹਿੰਦਾ ਹੈ। ਕਈ ਗੁਰੂ ਦੇ ਘਰ ਰਹਿ ਕੇ ਸੇਵਾ ਕਰਦੇ ਨੇ। ਕੋਈ ਤੇ ਆਏ, ਕੁਝ ਸਮਾਂ ਕਾਰ ਸੇਵਾ ਕੀਤੀ, ਆਪਣਾ ਮੁੜ ਗਏ। ਕੁਝ ਰਹਿੰਦੇ ਗੁਰੂ ਮਹਾਰਾਜ ਕੋਲ ਨੇ, ਪਰ ਰਹਿੰਦੇ ਤੇ ਉੱਥੇ ਨੇ, ਖਾਂਦੇ ਪੀਂਦੇ ਵੀ ਨੇ, ਪਰ ਜਿੰਨੀ ਸੇਵਾ ਕਰੇ ਸੇਵਾ ਨਹੀਂ ਕਰਦੇ। ਹੋਰ ਕੰਮਾਂ ਦੀ ਸੇਵਾ ਕਰਦੇ, ਗੁਰੂ ਦੀ ਨਹੀਂ ਕਰਦੇ। ਜਿਹੜਾ ਸੇਵਕ ਗੁਰੂ ਦੇ ਘਰ 'ਚ ਰਹਿੰਦਾ ਹੈ, ਉਹ ਫਿਰ ਕੀ ਕਰਦਾ? ਗੁਰ ਕੀ ਆਗਿਆ ਮਨ ਮੈਂ ਸਹਿ। ਆਗਿਆ ਹੁਕਮ ਨੂੰ ਕਹਿੰਦੇ ਨੇ। ਹਾਂਜੀ, ਕੀ ਆਗਿਆ ਵੀ ਕੀ ਹੁਕਮ ਹੈ ਜੀ? ਗੁਰ ਕੀ ਆਗਿਆ, ਉਹ ਗੁਰੂ ਦੇ ਹੁਕਮ ਨੂੰ ਮਨ ਮੈਂ ਸਹਿ। ਗੁਰੂ ਮਹਾਰਾਜ ਜੋ ਕਿਹਾ ਉਹਨੂੰ ਮਨ 'ਚ ਸਹਿਣ ਕਰਦਾ, ਭਾਵ ਮੰਨਦਾ ਹੈ। ਕਈ ਵਾਰੀ ਮੰਨ ਲਓ ਆਪਾਂ ਨੂੰ ਕੋਈ ਕੌੜਾ ਸ਼ਬਦ ਬੋਲਦੇ, ਆਪਣੇ ਤੋਂ ਸਹਿ ਨਹੀਂ ਹੁੰਦਾ। ਆਪਾਂ ਕਈ ਵਾਰੀ ਛੱਡ ਕੇ ਹੀ ਚਲੇ ਜਾਂਦੇ ਵੀ ਇੱਥੇ ਕੌੜੇ ਬਚਨ ਸੁਣਨੇ, ਵੀ ਇੱਥੇ ਰਹਿਣ ਦਾ ਕਿਆ ਫਾਇਦਾ ਹੈ। ਕਿਉਂਕਿ ਹਰ ਮਨੁੱਖ ਆਪਣੀ ਵਡਿਆਈ ਸੁਣਨਾ ਚਾਹੁੰਦਾ ਹੈ। ਜੇ ਕਿਤੇ ਨੁਕਤਾਚੀਨੀ ਨਹੀਂ ਕਰ ਦਿਓ, ਫਿਰ ਤਕਲੀਫ ਹੁੰਦੀ ਹੈ। ਫਿਰ ਤਕਲੀਫ ਹੁੰਦੀ ਹੈ। ਨਹੀਂ, ਜਿਹੜਾ ਸੇਵਕ ਹੁੰਦਾ ਹੈ, ਉਹ ਗੁਰੂ ਦੇ ਹੁਕਮ ਨੂੰ ਮਨ ਵਿੱਚ ਸਹਿੰਦਾ ਹੈ। ਵੀ ਜਿਵੇਂ ਗੁਰੂ ਮਹਾਰਾਜ ਨੇ ਕਿਹਾ ਉਵੇਂ ਮੰਨ ਲੈਂਦਾ। ਕੋਈ ਕਿੰਤੂ ਪਰੰਤੂ ਨਹੀਂ ਕਰਦਾ, ਕੋਈ ਰੋਸ ਨਹੀਂ ਕਰਦਾ। ਆਪਸ ਕੋ ਕਰ ਕਛੁ ਨਾ ਜਨਾਵੈ।
ਉਹ ਸੇਵਾ ਤੇ ਕਰਦਾ ਪਰ ਇਹ ਆਪਣੇ ਆਪ ਨੂੰ ਜਿਨਾਉਂਦਾ ਨਹੀਂ ਵੀ ਮੈਂ ਜੀ ਸੇਵਾ ਕਰਦਾ, ਮੈਂ ਸੇਵਾ ਕੀਤੀ, ਐ ਨਹੀਂ ਕਹਿੰਦਾ। ਉਹ ਕਦੇ ਗੁਰੂ ਮਹਾਰਾਜ ਮੈਨੂੰ ਮੌਕਾ ਦਿੱਤਾ ਸੇਵਾ ਦਾ, ਸੇਵਾ ਲੈ ਰਹੇ ਨੇ, ਉਹ ਇਹ ਨਹੀਂ ਕਹਿੰਦਾ ਮੈਂ ਸੇਵਾ ਕਰਦਾ, ਨਹੀਂ ਕਹੇ ਗੁਰੂ ਮਹਾਰਾਜ ਸੇਵਾ ਲੈ ਰਹੇ ਹਨ। ਆਪਣੇ ਆਪ ਨੂੰ ਜਿਨਾਉਂਦਾ ਨਹੀਂ ਹੈਗਾ, ਆਪਣੇ ਆਪ ਨੂੰ ਸ਼ੋਅ ਨਹੀਂ ਕਰਦਾ ਕਿ ਮੈਂ ਸੇਵਾ ਕਰਦਾ, ਕਿਉਂਕਿ ਹੋਂ ਵਿੱਚ ਆ ਕੇ ਜੋ ਸੇਵਾ ਕੀਤੀ ਜਾਂਦੀ ਹੈ ਉਹਦਾ ਫਲ ਨਹੀਂ ਮਿਲਦਾ। ਸੇਵਾ ਵੀ ਕੀਤੀ ਪਰ ਹਉਮੈ ਕਰ ਲਈ ਫਿਰ ਉਹਦਾ ਫਲ ਨਹੀਂ ਮਿਲਦਾ, ਅਤੇ ਜੇ ਫਲ ਹੀ ਨਾ ਮਿਲਿਆ ਫਿਰ ਸੇਵਾ ਜੈਸੇ ਕੀਤੀ ਜੈਸੇ ਨਾ ਕੀਤੀ। ਜੋ ਵੀ ਤੁਸੀਂ ਕਰਮ ਕਰਦੇ ਹੋ ਉਹਦਾ ਫਲ ਤਾਂ ਮਿਲਣਾ ਹੀ ਮਿਲਣਾ, ਉਹਦਾ ਫਲ ਤਾਂ ਮਿਲਣਾ ਹੀ ਮਿਲਣਾ। ਚੰਗੇ ਕੰਮ ਦਾ ਚੰਗਾ ਫਲ ਅਤੇ ਮੰਦੇ ਕੰਮ ਦਾ ਮੰਦਾ ਫਲ। ਪਰ ਜੇ ਚੰਗਾ ਕੰਮ ਕਰਕੇ ਮਨੁੱਖ ਹੋਂ ਕਰਦਾ ਹੈ ਫਿਰ ਨਹੀਂ ਫਲ ਮਿਲਦਾ, ਕਿ ਪਰਮਾਤਮਾ ਕਹਿੰਦਾ ਇਹ ਜਿਹੜੀ ਤੂੰ ਸੇਵਾ ਕਰ ਨਾ, ਇਹ ਸੇਵਾ ਦੇ ਗੁਣ ਤਾਂ ਮੈਂ ਤੇਰੇ 'ਚ ਪੈਦਾ ਕੀਤਾ ਹੈ, ਮੈਂ ਤੇਰੇ ਮਨ ਨੂੰ ਤਿਆਰ ਕੀਤਾ ਹੈ, ਤੈਨੂੰ ਮੈਂ ਸਮਾਂ ਦਿੱਤਾ ਹੈ, ਤੈਨੂੰ ਮੈਂ ਮੌਕਾ ਦਿੱਤਾ ਹੈ, ਤੈਨੂੰ ਗੁਰੂ ਦੀ ਨੇੜਤਾ ਮੈਂ ਦਿੱਤੀ ਹੈ, ਅਤੇ ਤੂੰ ਗੁਰੂ ਦੇ ਘਰ 'ਚ ਸੇਵਾ ਕਰਦਾ ਹੈ। ਇਹ ਤਾਂ ਮੈਂ ਤੈਨੂੰ ਯੋਗਤਾ ਦਿੱਤੀ ਹੈ ਅਤੇ ਤੂੰ ਹਉਮੈ ਕਰਦਾ ਵੀ ਮੈਂ ਸੇਵਾ ਕਰਦਾ। ਨਹੀਂ, ਐਂ ਕਹਿਣਾ ਸੇਵਾ ਕਰਦਾ ਹਾਂ, ਐ ਨਹੀਂ ਕਹਿਣਾ ਗੁਰੂ ਮਹਾਰਾਜ ਮੇਰੇ ਤੋਂ ਸੇਵਾ ਲੈ ਰਹੇ ਹਨ, ਐਂ ਕਹਿਣਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਆਪਸ ਕੋ ਕਰ ਕਛੁ ਨ ਜਿਨਾਵੈ। ਕਰਦਾ ਹੈ ਸੇਵਾ ਪਰ ਆਪਣੇ ਆਪ ਨੂੰ ਜਿਨਾਉਂਦਾ ਨਹੀਂ ਵੀ ਮੈਂ ਸੇਵਾ ਕਰਦਾ, ਨਹੀਂ ਹਉਮੈ ਨਹੀਂ ਕਰਦਾ। ਹਰ ਹਰ ਨਾਮ ਹਿਰਦੈ ਸਾਧ ਧਿਆਵੈ। ਹਿਰਦੈ ਹੁੰਦਾ ਮਨ ਵਿੱਚ, ਹਿਰਦੇ ਵਿੱਚ। ਉਹ ਹਰੀ ਦਾ ਨਾਮ ਸਦਾ ਹੀ ਮਨ ਵਿੱਚ ਧਿਆਉਂਦਾ ਰਹਿੰਦਾ ਹੈ, ਸਦਾ ਹੀ ਮਨ 'ਚ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਮੁੱਖ ਕਰਕੇ ਨਹੀਂ, ਮਨ ਕਰਕੇ ਵੀ ਜਪਦਾ। ਕਈ ਵਾਰੀ ਮੁੱਖ ਦੇ ਵਾਹਿਗੁਰੂ ਕਰ ਰਿਹਾ ਹੁੰਦਾ, ਮਨ ਨਹੀਂ ਕਰ ਰਿਹਾ ਹੁੰਦਾ। ਮਨ ਬਾਜ਼ਾਰ 'ਚ ਕਿਤੇ ਗੇੜੇ ਲਾ ਰਿਹਾ, ਕਿਤੇ ਕਿਤੇ ਗਿਆ, ਕਿਤੇ ਕਿਤੇ ਗਿਆ। ਮੁੱਖ ਆਪਣਾ ਜ਼ਰੂਰ ਕੰਮ ਕਰ ਰਿਹਾ ਹੈ, ਮੁੱਖ ਤੇ ਪਵਿੱਤਰ ਹੋ ਜਾਏਗਾ। ਵਾਹਿਗੁਰੂ ਵਾਹਿਗੁਰੂ ਕਰਕੇ ਬਾਣੀ ਪੜ੍ਹ ਕੇ ਮੁੱਖ ਤੇ ਪਵਿੱਤਰ ਹੋ ਜਾਏਗਾ, ਪਰ ਮਨ ਤੇ ਉਹ ਸੁਣ ਹੀ ਨਹੀਂ ਰਿਹਾ ਬਾਣੀ ਨੂੰ। ਮਨ ਬਾਣੀ ਨੂੰ ਸੁਣ ਹੀ ਨਹੀਂ ਰਿਹਾ, ਮਨ ਸਿਮਰਨ ਨੂੰ ਸੁਣ ਹੀ ਨਹੀਂ ਰਿਹਾ, ਅਤੇ ਉਹ ਫਿਰ ਕਿਵੇਂ ਪਵਿੱਤਰ ਹੋਏਗਾ? ਮਨ ਪਵਿੱਤਰ ਹੀ ਨਹੀਂ ਹੁੰਦਾ। ਅਤੇ ਮਨ ਨੂੰ ਹੀ ਤਾਂ ਪਵਿੱਤਰ ਕਰਨਾ, ਪਵਿੱਤਰ ਤੇ ਮਨ ਨੂੰ ਕਰਨਾ। ਜਦੋਂ ਮਨ ਪਵਿੱਤਰ ਹੋ ਜਾਏਗਾ, ਸਾਰੇ ਦੇ ਸਰੀਰ ਦੇ ਸਾਰੇ ਅੰਗ ਆਪਣੇ ਆਪ ਪਵਿੱਤਰ ਹੋ ਜਾਂਦੇ ਹਨ। ਤਾਂ ਕਿ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਮਨ ਮੈਲਾ ਸਾਰੇ ਅੰਗ ਸਰੀਰ ਦੇ ਮੈਲੇ। ਸਰੀਰ ਧੋਣ ਦੇ ਨਾਲ ਮਨ ਸਾਫ਼ ਨਹੀਂ ਹੁੰਦਾ, ਸਰੀਰ ਧੋਣ ਨਾਲ ਸਰੀਰ ਤੇ ਸਾਫ਼ ਹੁੰਦਾ। ਮਨ ਤੇ ਬਾਣੀ ਅਤੇ ਸਿਮਰਨ ਦੇ ਨਾਲ ਸਾਫ਼ ਹੁੰਦਾ ਹੈ। ਇਸ ਲਈ ਸਿੱਖ ਨੂੰ ਗੁਰੂ ਨਾਨਕ ਜੀ ਦਾ ਹੁਕਮ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਵੀ ਇਸ਼ਨਾਨ ਕਰ, ਫਿਰ ਉਦੋਂ ਬਾਅਦ ਸਿਮਰਨ ਕਰ। ਫਿਰ ਕੀ ਹੋਏਗਾ? ਤਨ ਮਨ ਹੋਏ ਅਰੋਗਾ। ਮਨ ਤੇ ਤਨ ਅਰੋਗ ਹੋ ਜਾਣਗੇ, ਤੰਦਰੁਸਤ ਹੋ ਜਾਣਗੇ। ਇਸ ਲਈ ਜਿਹੜਾ ਗੁਰੂ ਦਾ ਸਿੱਖ ਹੁੰਦਾ ਹੈ, ਉਹ ਹਿਰਦੇ 'ਚ ਸਦਾ ਹੀ ਨਾਮ ਜਪਦਾ ਰਹਿੰਦਾ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਹੜਾ ਮਨ ਆਪਣਾ ਗੁਰੂ ਦੇ ਅੱਗੇ ਵੇਚ ਦਿੰਦਾ ਹੈ, ਵੇਚੈ ਵੇਚ ਦਿੰਦਾ। ਦੇਖੋ, ਜਦੋਂ ਆਪਾਂ ਕੋਈ ਚੀਜ਼ ਵੇਚ ਹੀ ਦਿੱਤੀ, ਫਿਰ ਸਾਡੀ ਤਾਂ ਨਾ ਰਹੀ। ਮੰਨ ਲਓ ਮੇਰੇ ਕੋਲ ਗਾਂ ਹੈ, ਮੈਂ ਗਾਂ ਕਿਸੇ ਨੂੰ ਵੇਚਤੀ ਹੈ, ਠੀਕ ਹੈ। ਮੈਂ ਇਹ ਤਾਂ ਕਹਿ ਸਕਦਾ ਕਦੇ ਉਹਦੇ ਨਾਲ ਮੇਲ ਹੋਵੇ ਕਿ ਕਦੇ ਮੇਰੀ ਗਾਂ ਹੁੰਦੀ ਸੀ, ਹੁਣ ਤਾਂ ਨਹੀਂ ਨਾ, ਕਿਉਂਕਿ ਵੇਚਤੀ। ਜਦੋਂ ਅਸੀਂ ਆਪਣਾ ਮਨ ਗੁਰੂ ਨੂੰ ਵੇਚ ਦਿਆਂਗੇ, ਫਿਰ ਮਨ ਸਾਡਾ ਤਾਂ ਨਾ ਰਿਹਾ। ਫਿਰ ਮਨ ਸਾਡਾ ਨਾ ਰਿਹਾ, ਉਹ ਤਾਂ ਗੁਰੂ ਦਾ ਹੋ ਗਿਆ।
ਤੇ ਫਿਰ ਜਿਹੜਾ ਗੁਰੂ ਦਾ ਹੋ ਗਿਆ ਨੇ ਗੁਰੂ ਦਾ ਕਹਿਣਾ ਮੰਨਣਾ, ਸਾਡਾ ਥੋੜ੍ਹੀ ਮੰਨਣਾ। ਇਸ ਲਈ ਕਹਿੰਦੇ ਜਿਹੜਾ ਸਿੱਖ ਹੁੰਦਾ ਮਨ ਵੇਚੈ ਸਤਿਗੁਰ ਕੈ ਪਾਸ, ਉਹ ਆਪਣਾ ਮਨ ਗੁਰੂ ਦੇ ਕੋਲ ਵੇਚ, ਕੈ ਬਨੇ ਕੋਲ, ਪਾਸ ਗੁਰੂ ਦੇ ਕੋਲ ਵੇਚ ਦਿੰਦਾ ਹੈ। ਫਿਰ ਜਿਹੜਾ ਆਪਣਾ ਮਨ ਗੁਰੂ ਨੂੰ ਵੇਚ ਦਿੰਦਾ ਨਾ, ਗੁਰੂ ਨੂੰ ਅਰਪਣ ਕਰ ਦਿੰਦਾ, ਤੇ ਸੇਵਕ ਕੇ ਕਾਰਜ ਰਾਸ, ਫਿਰ ਗੁਰੂ ਮਹਾਰਾਜ ਉਸ ਸੇਵਕ ਦੇ ਕਾਰਜ ਰਾਸ ਕਰ ਦਿੰਦੇ ਨੇ। ਉਹ ਰਾਸ ਕਰਦੇ ਕਾਰਜ, ਕਈ ਵਾਰੀ ਕਾਰਜ ਰਾਸ ਇਹਨੇ ਵਿਘਨ ਪਏ ਰਹਿੰਦੇ ਨੇ, ਗੁਰੂ ਮਹਾਰਾਜ ਕਿਰਪਾ ਕਰ ਦਿੰਦੇ ਨੇ, ਕਾਰਜ ਰਾਸ ਹੋ ਜਾਂਦਾ। ਸੇਵਾ ਕਰਤ ਹੋਏ ਨਿਹਕਾਮੀ, ਜਿਹਨੂੰ ਹਿੰਦੀ ਵਾਲੇ ਕਹਿੰਦੇ ਨਿਸ਼ਕਾਮ ਸੇਵਾ, ਇੱਛਾ ਰਹਿਤ। ਕਾਮ ਇੱਛਾ ਨੂੰ ਕਹਿੰਦੇ ਨੇ, ਨਿਹਕਾਮ ਇੱਛਾ ਰਹਿਤ। ਨਿਹਕਾਮੀ ਇੱਛਾ ਰਹਿਤ ਹੋ ਜਾਣਾ। ਸੇਵਾ ਕਰਦੇ ਅਗਰ ਸੇਵਾ ਕਰਤ ਹੋਏ ਨਿਹਕਾਮੀ, ਜਿਹੜਾ ਇੱਛਾ ਰਹਿਤ ਹੋ ਕੇ ਸੇਵਾ ਕਰਦਾ ਹੈ, ਭਾਵ ਸੇਵਾ ਦੇ ਬਦਲੇ ਕੁਛ ਇੱਛਾ ਨਹੀਂ ਰੱਖਦਾ ਕਿ ਮੈਨੂੰ ਸੇਵਾ ਦੇ ਬਦਲੇ ਆ ਮਿਲੇ, ਬਸ ਸੇਵਾ ਕਰਦਾ। ਤਾਂ ਹੀ ਗੁਰਬਾਣੀ ਸੇਵਕ ਕੋ ਸੇਵਾ ਬਣ ਆਈ, ਸੇਵਕ ਨੂੰ ਹੀ ਸੇਵਾ ਬਣ ਆਉਂਦੀ ਹੈ। ਅਸੀਂ ਤਾਂ ਸੇਵਾ ਕਰਦੇ ਦੇ ਬਦਲੇ ਮੰਗਦੇ ਹਾਂ। ਗੁਰਦੁਆਰੇ ਗਏ, ਗੁਰਦੁਆਰੇ ਜਾਣ ਦੇ ਬਦਲੇ ਵੀ ਮੰਗਦੇ ਆ ਵੀ ਅਸੀਂ ਤੁਰ ਕੇ ਤੇਰੇ ਕੋਲ ਆਏ, ਸਾਨੂੰ ਆਹ ਦੇ। ਅਸੀਂ ਗੁਰੂ ਤੋਂ ਮੰਗਦੇ ਹੀ ਮੰਗਦੇ ਹਾਂ। ਸਾਡੀ 99% ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਗੁਰੂ ਸਾਡੀ ਗੱਲ ਮੰਨਣ। ਉਹ ਕਹਿੰਦੇ ਸਿੱਖਾ ਤੂੰ ਮੇਰੀ ਵੀ ਕੋਈ ਮੰਨ ਲੈ, ਇਹ ਤਾਂ ਜੇ ਔਖਾ ਕੰਮ ਹੈ। ਕਿੱਥੇ ਟਾਈਮ ਹੈ ਜੀ, ਮੈਂ ਨੌਕਰੀ ਕਰਦਾ ਜੀ, ਫਿਰ ਆਹ ਕਰਦਾ, ਫਿਰ ਉਹ ਕਰਦਾ, ਟਾਈਮ ਹੀ ਨਹੀਂ ਹੈ ਜੀ। ਤੁਸੀਂ ਕਿਰਪਾ ਕਰੋ ਜੀ, ਤੁਸੀਂ ਮੇਰੀ ਗੱਲ ਮੰਨ ਲਓ ਜੀ। 99% ਸਿੱਖਾਂ ਦੀ ਕੋਸ਼ਿਸ਼ ਹੈ ਗੁਰੂ ਸਾਡੀ ਗੱਲ ਮੰਨੇ, ਅਸੀਂ ਨਾ ਮੰਨੀਏ ਗੁਰੂ ਦੀ ਗੱਲ। ਜੇ ਗੁਰੂ ਮਹਾਰਾਜ ਨਾ ਕਹਿਣ ਤੂੰ ਸਾਡੀ ਮੰਨ, ਅਸੀਂ ਤੇਰੀ ਮੰਨਦੇ ਹਾਂ ਨਾ, ਵੀ ਗੁਰੂ ਮਹਾਰਾਜ ਸਾਡੀ ਮੰਨੇ। ਮੱਥਾ ਟੇਕ ਕੇ ਮੰਨੇ ਚੰਗੀ ਗੱਲ ਹੈ, ਕੋਈ ਚੜ੍ਹਾਵੇ ਨਾ ਮੰਨ ਜੇ ਤਾਂ ਚੰਗੀ ਗੱਲ ਹੈ, ਕੋਈ ਸੁੱਖ ਨਾ ਸੁੱਖ ਲੈ ਮੰਨ ਜੇ ਤਾਂ ਚੰਗੀ ਗੱਲ ਹੈ। ਵੀ ਕਿਸੇ ਤਰ੍ਹਾਂ ਮੰਨੇ, ਗੁਰੂ ਸਾਡੀ ਗੱਲ ਮੰਨੇ। ਪਰ ਨਹੀਂ, ਜਿਹੜਾ ਨਿਹਕਾਮੀ ਹੁੰਦਾ, ਜਿਹਦੇ ਅੰਦਰ ਕੋਈ ਇੱਛਾ ਨਹੀਂ ਕਿ ਮੈਨੂੰ ਸੇਵਾ ਦੇ ਬਦਲੇ ਕੁਛ ਮਿਲੇ, ਸੇਵਾ ਕਰਤ ਹੋਏ ਨਿਹਕਾਮੀ, ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰਦਾ ਨਾ, ਤਿਸ ਕੋ ਹੋਤ ਪ੍ਰਾਪਤ ਸਵਮ, ਉਹਨੂੰ ਪਰਮਾਤਮਾ ਮਿਲ ਪੈਂਦਾ। ਕਿਉਂ? ਹੋਰ ਇੱਛਾ ਹੀ ਨਹੀਂ ਰੱਖੀ, ਪਰਮਾਤਮਾ ਮਿਲ ਪਏ। ਇਹ ਸੰਸਾਰੀ ਇੱਛਾ ਨਹੀਂ, ਇਹ ਤਾਂ ਪਰਮਾਤਮਾ ਦਾ ਮਿਲਣਾ ਹੀ ਅਸੀਂ। ਉਹਨੂੰ ਮਿਲਣ ਲਈ ਤਾਂ ਸਾਰੀ ਭਜਨ ਬੰਦਗੀ ਕੀਤੀ ਜਾ ਰਹੀ ਹੈ। ਇਹ ਤਾਂ ਬੇਨਤੀ ਅਸੀਂ ਕਰਨੀ ਹੈ ਭਜਨ ਬੰਦਗੀ, ਸੱਚੇ ਪਾਤਸ਼ਾਹ ਤੁਸੀਂ ਦਰਸ਼ਨ ਦਿਓ, ਤੁਸੀਂ ਮੈਨੂੰ ਮਿਲੋ। ਅਸੀਂ ਨਹੀਂ ਪਰਮਾਤਮਾ ਨੂੰ ਮਿਲ ਸਕਦੇ। ਖਿਆਲ ਰੱਖਣਾ, ਸਾਡੀ ਇੰਨੀ ਕਿੱਥੇ ਪਾਇਆ ਪੁੱਜਤ ਹੈ ਵੀ ਅਸੀਂ ਪਰਮਾਤਮਾ ਨੂੰ ਮਿਲ ਸਕੀਏ? ਨਹੀਂ, ਪਰਮਾਤਮਾ ਕਿਰਪਾ ਕਰਕੇ ਹੀ ਸਾਨੂੰ ਆ ਕੇ ਮਿਲਦਾ। ਪਰਮਾਤਮਾ ਕਿਰਪਾ ਕਰਦਾ, ਉਹੀ ਸਾਨੂੰ ਆ ਕੇ ਮਿਲਦਾ। ਇਸ ਲਈ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰਦਾ ਹੈ, ਉਹਨੂੰ ਪਰਮਾਤਮਾ ਪ੍ਰਾਪਤ ਹੋ ਜਾਂਦਾ। ਤਿਸ ਕੋ ਹੋਤ ਹੋ ਜਾਂਦਾ ਹੈ ਪ੍ਰਾਪਤ ਸਵਾਮੀ, ਉਹਨੂੰ ਪਰਮਾਤਮਾ ਪ੍ਰਾਪਤ ਹੋ ਜਾਂਦਾ। ਆਪਣੀ ਕਿਰਪਾ, ਇਹਨੂੰ ਕਿਰਪਾ ਨਹੀਂ ਪੜ੍ਹਨਾ, ਖਿਆਲ ਰੱਖਣਾ। ਜੇ ਰਾਰਾ ਹੁੰਦਾ ਪੂਰਾ, ਫਿਰ ਹੋਣਾ ਸੀ ਪੰਜਾਬੀ ਦਾ ਸ਼ਬਦ ਕਿਰਪਾ। ਇਹ ਹਿੰਦੀ ਦਾ, ਹਿੰਦੀ ਦੇ ਕੱਕੇ ਦੇ ਪੈਰ 'ਚ ਰਾਰਾ ਪੈਂਦਾ, ਫਿਰ ਇਹਨੂੰ ਕਿਰਪਾ ਨਹੀਂ ਪੜ੍ਹਨਾ, ਇਹਨੂੰ ਪੜ੍ਹਨਾ ਕਿਰਪਾ। ਹਿੰਦੀ 'ਚ ਕਿਰਪਾ ਬੋਲਿਆ ਜਾਂਦਾ, ਕਿਰਪਾ ਨਹੀਂ ਬੋਲਿਆ ਜਾਂਦਾ, ਕਿਉਂਕਿ ਹਿੰਦੀ 'ਚ ਪੂਰਾ ਰਾਰਾ ਹੀ ਨਹੀਂ ਹੈਗਾ, ਉੱਥੇ ਪੈਰ 'ਚ ਰਾਰਾ ਹੈ, ਇਸ ਲਈ ਦਾ ਉਚਾਰਨ ਹੈ ਕਿਰਪਾ। ਅਰਥ ਕਿਰਪਾ ਹੀ ਹੈ। ਜਦ ਆਪਾਂ ਅਰਥ ਕਰਾਂਗੇ ਕਿਰਪਾ ਹੀ ਬੋਲਾਂਗੇ, ਪਰ ਇੱਥੇ ਲਿਖਿਆ ਕਿਰਪਾ,
ਇਸ ਲਈ ਕਿਰਪਾ ਹੀ ਪੜ੍ਹਨਾ। ਆਪਣੀ ਕਿਰਪਾ ਜਿਸ ਆਪ ਕਰੇ, ਜਿਸ ਤੇ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ। ਪਰਮਾਤਮਾ ਕਿਰਪਾ ਕਰਦਾ ਹੈ। ਜਦੋਂ ਕਿਰਪਾ ਕਰਦਾ ਫਿਰ ਹੀ ਬੰਦਾ ਭਜਨ ਬੰਦਗੀ ਕਰਦਾ। ਜੋ ਕਿਰਪਾ ਨਾ ਕਰੇ ਬੰਦੇ ਦਾ ਜੀਓ ਹੀ ਨਹੀਂ ਕਰਦਾ, ਜਿੰਨਾ ਮਰਜ਼ੀ ਕਹੀ ਜੋ ਉਹਨੂੰ, ਉਹ ਕਰਦਾ ਨਹੀਂ ਹੈਗਾ। ਉਹ ਕਹੂਗਾ ਛੱਡ ਜਾ, ਰੋਜ਼ ਰੋਜ਼ ਤੂੰ ਮੈਨੂੰ ਇੱਕੋ ਗੱਲ ਤੂੰ ਕਰੀ ਜਾ, ਮੈਨੂੰ ਨਾ ਕਿਹਾ ਕਰ, ਕਿਉਂਕਿ ਉਸ 'ਤੇ ਪਰਮਾਤਮਾ ਦੀ ਕਿਰਪਾ ਹੀ ਨਹੀਂ ਹੈ। ਇਸ ਲਈ ਕਹਿੰਦੇ ਆਪਣੀ ਕਿਰਪਾ ਜਿਸ ਆਪ ਕਰੇ, ਜਿਸ 'ਤੇ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ। ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਫਿਰ ਉਹ ਜਿਹੜਾ ਸੇਵਕ ਗੁਰੂ ਦੀ ਮੱਤ ਪ੍ਰਾਪਤ ਕਰਦਾ, ਗੁਰੂ ਦੀ ਮੱਤ ਗ੍ਰਹਿਣ ਕਰਦਾ, ਗੁਰੂ ਦੀ ਮੱਤ ਅਨੁਸਾਰ ਫਿਰ ਉਹ ਕਰਮ ਕਰਦਾ। ਕੌਣ? ਜਿਸ 'ਤੇ ਪਰਮਾਤਮਾ ਕਿਰਪਾ ਕਰਦਾ। ਜਿਸ 'ਤੇ ਪਰਮਾਤਮਾ ਕਿਰਪਾ ਕਰਦਾ ਉਹ ਵਿਅਕਤੀ ਫਿਰ ਹੋ ਜਾਂਦਾ ਗੁਰੂ ਦਾ ਸੇਵਕ, ਅਤੇ ਫਿਰ ਉਹ ਗੁਰੂ ਦੀ ਮੱਤ ਗ੍ਰਹਿਣ ਕਰਦਾ ਹੈ। ਗੁਰੂ ਦੀ ਦੋ ਹੀ ਮੱਤਾਂ ਨੇ, ਇੱਕ ਮਨਮਤ, ਇੱਕ ਗੁਰਮਤ। ਜਿਵੇਂ ਦੋ ਹੀ ਪ੍ਰਕਾਰ ਦੇ ਬੰਦੇ ਹੁੰਦੇ ਨੇ, ਇੱਕ ਮਨਮੁਖ, ਇੱਕ ਗੁਰਮੁਖ। ਤੀਜੇ ਪ੍ਰਕਾਰ ਦਾ ਬੰਦਾ ਨਹੀਂ ਹੁੰਦਾ। ਜਾਂ ਬੰਦਾ ਮਨਮੁਖ ਹੁੰਦਾ, ਆਪਣੀ ਮਰਜ਼ੀ ਕਰਨਾ, ਮਨ ਦੇ ਆਖੇ ਲੱਗਣ ਵਾਲਾ ਮਨਮੁਖ। ਗੁਰਮੁਖ ਹੁੰਦਾ ਜਿਹੜਾ ਗੁਰੂ ਦੇ ਆਖੇ ਲੱਗੇ। ਹੁਣ ਤੁਸੀਂ ਕਹੋ ਵੀ ਗੁਰੂ ਦੇ ਆਖੇ ਲੱਗਣਾ ਜ਼ਰੂਰੀ ਹੈ ਕੋਈ? ਦੇਖੋ, ਜਿਵੇਂ ਮਾਂ ਪਿਓ ਬੱਚੇ ਤੋਂ ਵੱਡੇ ਹੋਣ ਕਰਕੇ ਉਹਨਾਂ ਦੇ ਜੀਵਨ ਦਾ ਤਜਰਬਾ ਹੁੰਦਾ ਹੈ, ਉਹ ਬੱਚੇ ਨੂੰ ਮਾੜੇ ਕੰਮ ਤੋਂ ਰੋਕਦੇ ਨੇ, ਕਿਉਂਕਿ ਉਹਨਾਂ ਦੀ ਮੱਤ ਬੱਚੇ ਦੀ ਮੱਤ ਤੋਂ ਉੱਚੀ ਹੁੰਦੀ ਹੈ, ਉੱਚੀ ਹੁੰਦੀ ਹੈ। ਉਹਨਾਂ ਨੂੰ ਪਤਾ ਹੈ ਸਾਡਾ ਬੱਚਾ ਗਲਤ ਕੰਮ ਕਰ ਰਿਹਾ, ਉਹ ਉਹਨੂੰ ਰੋਕਦੇ ਨੇ। ਬੱਚਾ ਕਿਉਂਕਿ ਮਨਮਤੀਆ ਹੈ, ਉਹ ਮੰਨਦਾ ਹੀ ਨਹੀਂ। ਬੱਚਾ ਸ਼ਰਾਰਤ ਕਰ ਰਿਹਾ, ਬਾਪ ਕਹਿੰਦਾ ਸ਼ਰਾਰਤਾਂ ਨਾ ਕਰ, ਉਹ ਫਿਰ ਵੀ ਕਰੀ ਜਾ ਰਿਹਾ, ਉਹ ਫਿਰ ਵੀ ਕਰੀ ਜਾ। ਉਹ ਸਮਝਦਾ ਮੈਂ ਜੋ ਕਰ ਰਿਹਾ ਠੀਕ ਹੈ, ਬਸ। ਉਹਨੂੰ ਗਿਆਨ ਹੀ ਨਹੀਂ ਹੈ ਕਿ ਮੇਰੇ ਪਿਤਾ ਦੀ ਮੱਤ ਮੇਰੇ ਤੋਂ ਉੱਚੀ ਹੈ ਅਤੇ ਮੈਂ ਇਹਦੀ ਮੰਨ ਲਾਂ। ਅਤੇ ਗੁਰੂ ਮਹਾਰਾਜ ਸਾਨੂੰ ਰੋਜ਼ ਕਹਿੰਦੇ ਨੇ ਆਹ ਨਾ ਕਰ, ਅਸੀਂ ਹਟਦੇ ਹੀ ਨਹੀਂ, ਫਿਰ ਕਰੀ ਜਾ ਰਹੇ। ਹੁਣ ਗੁਰਬਾਣੀ 'ਤੇ ਕਿਤੇ ਵੀ ਨਹੀਂ ਲਿਖਿਆ ਤੁਸੀਂ ਸ਼ਰਾਬ ਪੀਓ, ਕਿਤੇ ਲਿਖਿਆ? ਪਰ ਸਿੱਖ ਪੀ ਰਿਹਾ, ਸਿੱਖ ਪੀ ਰਿਹਾ, ਗੁਰੂ ਦੀ ਮੱਤ ਨਹੀਂ ਗ੍ਰਹਿਣ ਕਰਦਾ। ਜਿਹੜਾ ਗੁਰੂ ਦੀ ਮੱਤ ਗ੍ਰਹਿਣ ਨਹੀਂ ਕਰੇਗਾ, ਉਹੀ ਲੋਕ ਥਾਣਿਆਂ 'ਚ ਕੁੱਟ ਖਾਂਦੇ ਨੇ, ਜੇਲ੍ਹਾਂ 'ਚ ਬੈਠੇ ਨੇ, ਵਕੀਲਾਂ ਨੂੰ ਲੱਖਾਂ ਰੁਪਈਏ ਦਿੰਦੇ ਨੇ ਅਤੇ ਅੱਧੀ ਅੱਧੀ ਉਮਰ ਆਪਣੀ ਖੱਜਲ ਖੁਆਰੀ 'ਚ ਬਿਤਾ ਦਿੰਦੇ। ਜਿਹੜਾ ਗੁਰੂ ਦੇ ਆਖੇ ਲੱਗਦਾ। ਹੁਣ ਮੰਨ ਲਓ ਕੋਈ ਬੰਦਾ ਸਰਕਾਰ ਦੇ ਕਾਨੂੰਨਾਂ ਨੂੰ ਮੰਨ ਰਿਹਾ ਹੈ, ਫਿਰ ਸਰਕਾਰ ਨੂੰ ਕੁਛ ਵੀ ਨਹੀਂ ਕਹੇਗੀ। ਸਰਕਾਰ ਨੇ ਕਿਹਾ ਭਾਈ ਜਦੋਂ ਘਰੋਂ ਬਾਹਰ ਨਿਕਲੋ ਮੂੰਹ ਢੱਕ ਕੇ ਨਿਕਲੋ, ਮੈਂ ਨਹੀਂ ਢੱਕਿਆ ਹੋਇਆ ਤਾਂ ਮੈਨੂੰ ਰੋਕ ਸਕਦੇ ਨੇ, ਮੈਨੂੰ ਜੁਰਮਾਨਾ ਵੀ ਕਰ ਸਕਦੇ ਨੇ, ਅਤੇ ਜੇ ਮੈਂ ਢੱਕਿਆ ਹੋਇਆ ਹੈ ਤਾਂ ਫਿਰ ਮੈਨੂੰ ਕਿਸੇ ਨੇ ਚੌਂਕ 'ਚ ਨਹੀਂ ਰੋਕਣਾ। ਹਾਲਾਂਕਿ ਠੀਕ ਹੈ ਭਾਈ ਮੂੰਹ ਢੱਕਿਆ ਹੋਇਆ ਹੈ। ਗੁਰੂ ਦੀ ਮੱਤ ਜਦੋਂ ਅਸੀਂ ਗ੍ਰਹਿਣ ਕਰਦੇ ਨਾ, ਫਿਰ ਅਸੀਂ ਕਰਮ ਹੀ ਸ਼ੁਭ ਕਰਦੇ ਹਾਂ, ਫਿਰ ਅਸੀਂ ਗਲਤ ਕਰਮ ਹੀ ਨਹੀਂ ਕਰਦੇ, ਕਿਉਂਕਿ ਗੁਰੂ ਸਾਡੇ ਤੋਂ ਵੱਧ ਸਿਆਣੇ ਹਨ। ਸਿਆਣੇ ਦੀ ਗੱਲ ਮੰਨਣ ਵਿੱਚ ਹੀ ਸਿਆਣਪ ਹੈ, ਉਸੇ 'ਚ ਹੀ ਭਲਾ ਹੈ। ਗੁਰਬਾਣੀ ਸਾਡੇ ਭਲੇ ਲਈ ਲਿਖੀ ਗਈ ਹੈ। ਅਸੀਂ ਭਲਾ ਤਾਂ ਚਾਹੁੰਦੇ ਹਾਂ, ਹਰ ਬੰਦਾ ਆਪਣਾ ਭਲਾ ਚਾਹੁੰਦਾ ਹੈ, ਕੋਈ ਐਸਾ ਨਹੀਂ ਜਿਹੜਾ ਭਲਾ ਨਹੀਂ ਚਾਹੁੰਦਾ। ਕੋਈ ਸਮਝਦਾ ਨਸ਼ੇ ਵਰਤ ਕੇ ਮੇਰਾ ਭਲਾ ਹੋਏਗਾ, ਕੋਈ ਸਮਝਦਾ ਘੁੱਟ-ਘੁੱਟ ਪੀ ਕੇ ਭਲਾ ਹੋਏਗਾ, ਕੋਈ ਕਹਿੰਦਾ ਪਤਾ ਨਹੀਂ ਚੋਰੀਆਂ ਕਰਕੇ ਹੋਏਗਾ, ਕੋਈ ਕਹਿੰਦਾ ਡਾਕੇ ਮਾਰ ਕੇ ਹੋਏਗਾ, ਕੋਈ ਕਹਿੰਦਾ ਠੱਗੀ ਕਰਕੇ ਹੋਏਗਾ, ਕੋਈ ਕਹਿੰਦਾ ਮਿਲਾਵਟ ਕਰਕੇ ਹੋਏਗਾ, ਕੋਈ ਕਹਿੰਦਾ ਧੋਖਾਧੜੀ ਕਰਕੇ ਹੋਏਗਾ। ਮਨੁੱਖ ਚਾਹੁੰਦਾ ਤਾਂ ਭਲਾ ਹੀ ਹੈ, ਪਰ ਉਹ ਭਲੇ ਲਈ ਮਾੜੇ ਕੰਮ ਕਰਦਾ ਹੈ।
ਭਲਾ ਨਹੀਂ ਹੁੰਦਾ, ਸਗੋਂ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਮੰਦੇ ਕੰਮਾਂ ਦਾ ਨਤੀਜਾ ਸੂਨਰ ਲੇਟਰ ਮੰਦਾ ਹੀ ਨਿਕਲਣਾ ਹੈ। ਭੈੜੇ ਕੰਮਾਂ ਦਾ ਨਤੀਜਾ ਭੈੜਾ ਹੀ ਨਿਕਲਿਆ ਕਰਦਾ ਹੈ। ਇਸ ਲਈ ਜਿਸ 'ਤੇ ਪਰਮਾਤਮਾ ਕਿਰਪਾ ਕਰਦਾ ਹੈ ਉਹੀ ਸੇਵਕ ਗੁਰੂ ਦੀ ਮੱਤ ਗ੍ਰਹਿਣ ਕਰਦਾ ਹੈ। ਗੁਰੂ ਦੀ ਮੱਤ ਗ੍ਰਹਿਣ ਕਰਨਾ ਬੜਾ ਔਖਾ ਹੈ, ਕਿਉਂਕਿ ਵਧੀਆ ਹੋਣ ਲਈ ਬਹੁਤ ਮਿਹਨਤ ਦੀ ਲੋੜ ਹੈ। ਘਟੀਆ ਤਾਂ ਵੈਸੇ ਹੀ ਹੋ ਜਾਂਦਾ ਬੰਦਾ। ਕੱਪੜੇ ਮੈਲੇ ਆਪੇ ਹੀ ਹੋ ਜਾਂਦੇ ਨੇ, ਅਸੀਂ ਕਰਦੇ ਨਹੀਂ। ਪਰ ਕੱਪੜੇ ਸਾਫ਼ ਕਰਨ ਲਈ ਸਾਨੂੰ ਪਾਣੀ ਦੀ ਵੀ ਲੋੜ ਹੈ, ਸਾਬਣ ਦੀ ਵੀ ਲੋੜ ਹੈ, ਅਤੇ ਮਿਹਨਤ ਦੀ ਵੀ ਲੋੜ ਹੈ ਨਾ। ਪਾਣੀ ਨਿਵਾਣ ਨੂੰ ਆਪੇ ਹੀ ਜਾਈ ਜਾਂਦਾ ਹੈ, ਸਾਨੂੰ ਉਹਨੂੰ ਭੇਜਣ ਧੱਕਾ ਲਾਉਣ ਦੀ ਲੋੜ ਨਹੀਂ, ਨਿਵਾਣ ਨੂੰ ਆਪੇ ਹੀ ਚਲੇ ਜਾਣਾ। ਪਰ ਜੇ ਪਾਣੀ ਨੂੰ ਉਚਾਈ ਨੂੰ ਭੇਜਣਾ ਤਾਂ ਫਿਰ ਜਿਹੜਾ ਹੈ ਮਸ਼ੀਨ ਲਾਉਣੀ ਪਵੇਗੀ। ਉਹ ਮਸ਼ੀਨ ਪਾਣੀ ਨੂੰ, ਹੁਣ ਜਿਵੇਂ ਪਾਣੀ ਭੇਜਣਾ ਟੈਂਕੀ 'ਚ, ਟੈਂਕੀ ਕਿੰਨੀ ਉੱਚੀ ਹੁੰਦੀ ਹੈ, ਤਾਂ ਫਿਰ ਹੇਠੋਂ ਮਸ਼ੀਨ ਜ਼ੋਰ ਲਾਉਂਦੀ ਹੈ ਤਾਂ ਹੀ ਪਾਣੀ। ਪਰ ਟੈਂਕੀ ਦੇ ਪਾਣੀ ਹੇਠਾਂ ਨੂੰ ਲਿਆਉਣਾ, ਪਰ ਟੂਟੀ ਖੋਲ੍ਹ ਦਿਓ ਆਪੇ ਆਈ ਜਾਂਦਾ ਹੇਠਾਂ ਨੂੰ। ਇਸ ਲਈ ਭੈੜਾ ਹੋਣ ਲਈ ਕਿਸੇ ਯਤਨ ਦੀ ਲੋੜ ਨਹੀਂ, ਪਰ ਚੰਗਾ ਹੋਣ ਲਈ ਤਾਂ ਸਾਲਾਂ ਬੱਧੀ ਯਤਨ ਦੀ ਲੋੜ ਹੈ। ਅਤੇ ਮਨੁੱਖ ਕਹਿੰਦਾ ਇੰਨਾ ਕੌਣ ਕਰੇਗਾ, ਐਂ ਹੀ ਠੀਕ ਹੈ ਜਿਵੇਂ ਹਾਂ। ਇਸ ਲਈ ਸੰਸਾਰ 'ਚ ਇੰਨੀ ਅਫਰਾ ਤਫਰੀ ਮੱਚੀ ਹੋਈ ਹੈ, ਇੰਨੇ ਦੁੱਖ ਨੇ, ਇੰਨੇ ਲੜਾਈ ਝਗੜੇ ਨੇ, ਇੰਨੀਆਂ ਸਮੱਸਿਆਵਾਂ ਨੇ ਵੀ ਗਿਣਤੀ 'ਚ ਹੀ ਨਹੀਂ ਆਉਂਦੀਆਂ ਹੈਗੀਆਂ। ਅਤੇ ਜੇ ਕਿਤੇ ਸਿੱਖ ਗੁਰੂ ਦੀ ਮੱਤ ਗ੍ਰਹਿਣ ਕਰ ਲਏ, ਆਪਣੇ ਕਰਮ ਗੁਰਬਾਣੀ ਅਨੁਸਾਰ ਬਣਾ ਲਵੇ, ਬਸ ਇਹ ਆਨੰਦ 'ਚ। ਜਦੋਂ ਤੁਸੀਂ ਆਪਣੇ ਕਰਮ ਗੁਰਬਾਣੀ ਅਨੁਸਾਰ ਬਣਾ ਲਵੋਗੇ, ਤੁਸੀਂ ਗਰੀਬ ਰਹੋਗੇ ਹੀ ਨਹੀਂ। ਤੁਸੀਂ ਜਿਹੜੇ ਗਰੀਬ ਹੋ, ਇਸ ਲਈ ਗਰੀਬ ਹੋ ਕਿ ਤੁਹਾਡੇ ਕਰਮ ਜਿਹੜੇ ਗੁਰਬਾਣੀ ਦੇ ਵਿਰੁੱਧ ਨੇ, ਇਹ ਗੁਰਬਾਣੀ ਦੇ ਵਿਰੁੱਧ ਨੇ, ਇਸ ਲਈ ਤੁਸੀਂ ਗਰੀਬ ਹੋ। ਅਤੇ ਜਦੋਂ ਇੱਕ ਵਾਰੀ ਬੰਦਾ ਗਰੀਬ ਹੋ ਜਾਂਦਾ, ਫਿਰ ਇਹ ਕਰਜ਼ਾਈ ਹੋ ਜਾਂਦਾ। ਅਤੇ ਜਦੋਂ ਕਰਜ਼ਾਈ ਹੁੰਦਾ, ਫਿਰ ਐਸਾ ਕਰਜ਼ੇ 'ਚ ਫਸਦਾ, ਇਹਨੂੰ ਬਾਹਰ ਨਿਕਲਣ ਨੂੰ ਰਾਹ ਨਹੀਂ ਲੱਭਦਾ, ਅਤੇ ਫਿਰ ਇਹ ਆਤਮ ਹੱਤਿਆ ਕਰਦਾ। ਇਹ ਜਿਹੜੇ ਆਤਮ ਹੱਤਿਆ ਕਿ ਬਹੁਤਾ ਇਹਨਾਂ ਦਾ ਆਪਣਾ ਹੀ ਕਸੂਰ ਹੈ। ਬਹੁਤ ਘੱਟ ਨੇ ਜਿਹੜੇ ਹੋਰ ਕਿਸੇ ਕਾਰਨ ਕਰਕੇ ਗਰੀਬ ਹੋ ਗਏ, ਨਹੀਂ ਤਾਂ ਕਹਤਾ ਹਮ ਆਪਣੇ ਹੀ ਹੱਥੋਂ ਬਰਬਾਦ ਹੋ ਗਏ। ਇਹ ਮਨੁੱਖ ਆਪਣੇ ਹੱਥੋਂ ਬਰਬਾਦ ਹੁੰਦਾ ਹੈ। ਇਹ ਮਨਮੁਖ ਹੈ, ਜੋ ਇਹਦਾ ਮਨ ਕਹਿੰਦਾ ਉਵੇਂ ਕਰਦਾ ਹੈ, ਇਹ ਉਵੇਂ ਕਰਦਾ, ਇਸ ਕਰਕੇ ਗਲਤ ਕਰਦਾ। ਮਨ ਜਨਮਾਂ ਜਨਮਾਂਤਰਾਂ ਦਾ ਖੁੱਟ ਹੈ, ਮਨ ਖੁਟਹਰ ਤੇਰੇ ਨਹੀਂ ਵਿਸ਼ਵਾਸ। ਹੇ ਖੋਟੇ ਮਨ, ਮੈਨੂੰ ਤੇਰੇ 'ਤੇ ਕੋਈ ਵਿਸ਼ਵਾਸ ਨਹੀਂ। ਮਨ ਖੋਟਾ, ਖੋਟੇ ਬੰਦੇ ਨੇ ਸਾਨੂੰ ਕਦੇ ਚੱਜ ਦੀ ਸਲਾਹ ਨਹੀਂ ਦੇਣੀ। ਭੈੜਾ ਬੰਦਾ ਕਦੇ ਤੁਹਾਨੂੰ ਚੱਜ ਦੀ ਸਲਾਹ ਦੇਵੇਗਾ? ਉਹ ਕਦੇ ਵੀ ਚੱਜ ਦੀ ਸਲਾਹ ਨਹੀਂ ਦੇਵੇਗਾ। ਇਸ ਲਈ ਜਿਹੜੇ ਲੋਕ ਮਨਮੁਖ ਨੇ, ਉਹ ਮਨ ਦੇ ਆਖੇ ਲੱਗਦੇ ਨੇ, ਅਤੇ ਮਨ ਉਹਨਾਂ ਨੂੰ ਭੈੜੀ ਸਲਾਹ ਦਿੰਦਾ ਹੈ, ਅਤੇ ਉਹ ਮਨ ਦੀ ਸਲਾਹ ਮੰਨ ਕੇ ਭੈੜੇ ਕੰਮ ਕਰਦੇ ਨੇ, ਅਤੇ ਫਿਰ ਵਕਤ ਨੂੰ ਫੜਿਆ ਜਾਂਦਾ। ਸਿੱਖ ਨੂੰ ਹੁਕਮ ਹੈ, ਤੂੰ ਸਿੱਖ ਤਾਂ ਹੀ ਹੈ ਜੇ ਤੂੰ ਗੁਰੂ ਦੀ ਮੱਤ ਗ੍ਰਹਿਣ ਕਰੇ। ਜਿਵੇਂ ਗੁਰੂ ਮਹਾਰਾਜ ਕਹਿੰਦੇ ਉਵੇਂ ਕਰ, ਫਿਰ ਤੂੰ ਸਿੱਖ ਹੈ, ਨਹੀਂ ਤਾਂ ਬੁਰਾਏ ਨਾਮ ਸਿੱਖ ਹੈ। ਸਿੱਖਾਂ ਦੇ ਘਰ ਪੈਦਾ ਹੋ ਗਿਆ, ਚਾਹੇ ਸਿਰ 'ਤੇ ਜੂੜਾ ਨਹੀਂ ਵੀ, ਤਾਂ ਵੀ ਕਹਿੰਦੇ ਮੈਂ ਸਿੱਖ ਹਾਂ। ਸਿਰ 'ਤੇ ਜੂੜਾ ਕੋਈ ਨਹੀਂ, ਫਿਰ ਵੀ ਆਪਣੇ ਆਪ ਨੂੰ ਕਹਿੰਦਾ ਮੈਂ ਸਿੱਖ ਹਾਂ। ਉਹਨੂੰ ਪੁੱਛੇ ਵੀ ਤੇਰੀ ਸ਼ਕਲ 'ਤੇ ਸਿੱਖਾਂ ਵਾਲੇ ਤੈਨੂੰ ਕਿਵੇਂ ਕੋ ਮੰਨ ਲਏਗਾ? ਹਾਂ, ਜੂੜਾ ਸਿਰ 'ਤੇ ਹੈਗਾ, ਪਰ ਪੱਗ ਬੰਨੀ ਹੋਈ ਹੈ, ਫਿਰ ਅਗਲਾ ਕਿਤੇ ਖੜਾ ਕਰ ਦੇ, ਕਹਿੰਦੇ ਹਾਂ ਇਹ ਭਾਈ ਸਰਦਾਰ ਹੈ। ਸਿੱਖਾਂ ਦੇ ਘਰ ਪੈਦਾ ਹੋਇਆ, ਸਿਰ 'ਤੇ ਜੂੜਾ ਕੋਈ ਨਹੀਂ, ਵਾਲ ਕਟਾਏ ਹੋਏ ਨੇ, ਅਤੇ ਉਹਨੂੰ ਖੜਾ ਕਰ ਦਿਓ, ਕੋਈ ਵੀ ਨਹੀਂ ਕਹੇਗਾ ਸਿੱਖ ਹੈ, ਕੋਈ ਵੀ ਨਹੀਂ ਕਹੇਗਾ ਸਿੱਖ ਹੈ। ਉਹ ਆਪਣੇ ਆਪ ਨੂੰ ਕਹਿ ਰਿਹਾ ਮੈਂ ਸਿੱਖ ਹੈ, ਕਿਉਂਕਿ ਮੈਂ ਸਿੱਖਾਂ ਦੇ ਘਰ 'ਚ ਪੈਦਾ ਹੋਇਆ। ਵੀ ਤੇਰੀ ਸ਼ਕਲ 'ਤੇ ਸਿੱਖਾਂ ਵਾਲੇ ਨਹੀਂ, ਕਿਸੇ ਨੂੰ ਕੀ ਪਤਾ ਲੱਗੇ ਤੂੰ ਸਿੱਖ ਹੈ। ਕਿਉਂ? ਅਸੀਂ ਮਨਮੁਖ ਹਾਂ, ਆਪਣੀ ਮਰਜ਼ੀ ਕੀਤੀ, ਅਸੀਂ ਗੁਰੂ ਦੀ ਗੱਲ ਨਹੀਂ ਮੰਨੀ। ਸੋ ਸੇਵਕ ਜਾਂ ਗੁਰੂ ਦਾ ਸਿੱਖ ਉਹੀ ਹੈ ਜਿਹੜਾ ਗੁਰੂ ਦੀ ਮੱਤ ਲੈ। ਨਾਨਕ ਸੋ ਸੇਵਕ ਗੁਰ ਕੀ ਮੱਤ ਲੈ।
ਜਿਸ ਤੇ ਪ੍ਰਮਾਤਮਾ ਕਿਰਪਾ ਆਪ ਕਰਦਾ ਨਾ, ਉਹ ਫਿਰ ਸੇਵਕ ਨੂੰ ਗੁਰੂ ਦੀ ਮੱਤ ਦੀ ਸੋਝੀ ਦਿੰਦਾ ਹੈ। ਫਿਰ ਉਹ ਬੰਦਾ ਗੁਰੂ ਦੀ ਮੱਤ ਗ੍ਰਹਿਣ ਕਰਦਾ, ਗੁਰੂ ਦੀ ਮੱਤ ਅਨੁਸਾਰ, ਗੁਰੂ ਦੇ ਸੁਝਾਅ ਅਨੁਸਾਰ ਫਿਰ ਉਹ ਬੰਦਾ ਕਰਮ ਕਰਦਾ ਅਤੇ ਆਪਣਾ ਲੋਕ ਪਰਲੋਕ ਸਵਾਰ ਲੈਂਦਾ ਹੈ। ਸਤਿਕਾਰਯੋਗ ਸਾਧ ਜੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।